ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅਬ ਮੈਂ ਕੌਣ ਉਪਾਉ ਕਰੋ ਜਿਹ ਬਿਦ ਮਨ ਕੋ ਸੰਸਾ ਚੂਕੈ ਭਵ ਨਿਧ ਪਾਰ ਪਰੋ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸੱਜ ਕੇ ਬੈਠੇ ਹੋਏ ਹੋ। ਸਤਿਗੁਰੂ ਜੀ ਦੀ ਬਾਣੀ ਦੇ ਮੁੱਖ ਵਾਕ ਆਪ ਜੀ ਨੇ ਸਰਵਣ ਕੀਤੇ ਹਨ। ਸਿੱਖ ਜਗਤ ਵਿੱਚ ਬਹੁਤ ਵੱਡੀ ਖੁਸ਼ੀ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲ ਇਸ ਧਰਤੀ ਤੇ ਆਇਆਂ ਨੂੰ ਅਵਤਰਨ ਹੋਇਆਂ ਨੂੰ ਹੋਏ ਹਨ। ਮਹਾਰਾਜ ਜੀ ਦਾ ਗੁਰਪੁਰਬ ਸਾਰੀਆਂ ਸੰਗਤਾਂ ਪ੍ਰੇਮ ਸ਼ਰਧਾ ਅਕੀਕ ਦੇ ਨਾਲ ਮਨਾ ਰਹੀਆਂ ਹਨ। ਸਤਿਗੁਰੂ ਜੀ ਦੇ ਗੁਰਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਬਾਣੀ ਦੀ ਕਥਾ ਜੋ ਹੈ ਉਹ ਅਸੀਂ ਕੱਲ੍ਹ ਤੋਂ ਆਰੰਭ ਕੀਤੀ ਸੀ। ਕੁਝ ਦਿਨ ਵਾਸਤੇ ਇਤਿਹਾਸ ਦੀ ਕਥਾ ਨੂੰ ਵਿਰਾਮ ਦਿੱਤਾ ਗਿਆ ਹੈ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਬੈਰਾਗਮਈ ਬਾਣੀ ਹੈ। ਬੈਰਾਗਮਈ ਬਾਣੀ ਉਸ ਦੀ ਹੋ ਸਕਦੀ ਹੈ ਜਿਸ ਦੇ ਆਪਣੇ ਜੀਵਨ ਵਿੱਚ ਬੈਰਾਗ ਹੋਏਗਾ। ਮਹਾਰਾਜ ਜੀ ਦੇ ਜੀਵਨ ਵਿੱਚ ਅਥਾਹ ਪ੍ਰੇਮ ਅਤੇ ਬੈਰਾਗ ਹੈ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਅਸੀਂ ਕੱਲ੍ਹ ਤੋਂ ਆਰੰਭ ਕੀਤੀ ਹੈ, ਜਿਹਨੂੰ ਅਸੀਂ ਭੋਗ ਦੇ ਸਲੋਕ ਕਹਿੰਦੇ ਹਾਂ। 9ਵੇਂ ਪਾਤਸ਼ਾਹ ਜੀ ਦੇ ਸਲੋਕ
ਬਹੁਤ ਸਰਲ ਬੋਲੀ ਵਿੱਚ ਹਨ, ਸੁਖੈਨ ਸਮਝ ਵਿੱਚ ਆ ਜਾਂਦੇ ਹਨ। ਪਰ ਜਿਵੇਂ ਦਾਸ ਨੇ ਕੱਲ ਬੇਨਤੀ ਕੀਤੀ ਸੀ, ਗੁਰਪੁਰਬ ਤੱਕ ਆਪਾਂ ਇਹਨਾਂ ਸ਼ਲੋਕਾਂ ਦੀ ਵਿਚਾਰ ਕਰਾਂਗੇ। ਆਪਣੇ ਮਨ ਵਿੱਚ ਇਹ ਭਾਵਨਾ ਬਣਾ ਕੇ ਬੈਠਣਾ ਹੈ, ਅਸੀਂ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹੋਏ ਹਾਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਉੱਤੇ ਆਪ ਕਿਰਪਾ ਕਰਕੇ ਸਾਨੂੰ ਸਮੱਤ ਬਖਸ਼ਿਸ਼ ਕਰ ਰਹੇ ਹਨ, ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦੇ ਹਨ। ਕੱਲ ਅਸੀਂ ਕਿਉਂਕਿ ਆਰੰਭਤਾ ਕਰਨੀ ਸੀ, ਇਸ ਕਰਕੇ ਇੱਕ ਹੀ ਸ਼ਲੋਕ ਦੀ ਵਿਚਾਰ ਕੀਤੀ ਸੀ। ਥੋੜ੍ਹਾ ਜਿਹਾ ਉਹਦੇ ਅੱਖਰੀ ਅਰਥ ਕਰਕੇ ਫਿਰ ਲੜੀਵਾਰ ਅੱਗੇ ਕਥਾ ਚੱਲੇਗੀ। ਹਜ਼ੂਰ ਮਹਾਰਾਜ ਨੇ ਕਿਰਪਾ ਕੀਤੀ, ਜਿਸ ਨੇ ਵਾਹਿਗੁਰੂ ਦੇ ਗੁਣਾਂ ਨੂੰ ਨਹੀਂ ਗਾਇਆ। ਇੱਥੇ ਗੁਣ ਸ਼ਬਦ ਲਿਖਿਆ ਗਿਆ ਹੈ। ਆਮ ਤੌਰ 'ਤੇ ਸੰਗਤਾਂ ਪਾਠ ਕਰਦੀਆਂ ਨੇ, ਗੁਣ ਕਹਿ ਦਿੰਦੀਆਂ ਨੇ, ਅਣਾਣੇ ਦੇ ਨਾਲ ਬੋਲਦੀਆਂ ਨੇ, ਪਰ ਸਤਿਗੁਰੂ ਜੀ ਨੇ ਗੁਣ ਲਿਖਿਆ ਹੈ। ਗੁਣ ਦਾ ਅਰਥ ਹੁੰਦਾ ਹੈ ਕਿਸੇ ਦਾ ਕੀਤਾ ਹੋਇਆ ਉਪਕਾਰ। ਜਿਸ ਨੇ ਵਾਹਿਗੁਰੂ ਦੇ ਗੁਣਾਂ ਨੂੰ ਯਾਦ ਨਹੀਂ ਕੀਤਾ, ਉਸ ਵਾਹਿਗੁਰੂ ਨੇ ਕੀ ਕੀ ਉਪਕਾਰ ਕੀਤੇ ਹਨ। ਮਹਾਰਾਜ ਕਹਿਣ ਲੱਗੇ, ਸਾਰੀ ਜ਼ਿੰਦਗੀ ਵਾਹਿਗੁਰੂ ਦੇ ਗੁਣਾਂ ਤੋਂ ਬਗੈਰ ਹੀ ਬਤੀਤ ਕਰ ਲਈ। ਸਮਝੋ ਉਹਦਾ ਸਾਰੇ ਦਾ ਸਾਰਾ ਜਨਮ ਜਿਹੜਾ, ਜੀਵਨ ਜਿਹੜਾ ਹੈ, ਉਹ ਬੇਅਰਥ ਹੈ, ਕਿਸੇ ਕੰਮ ਨਹੀਂ ਹੈ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਿੱਖਿਆ ਦਿੰਦੇ ਆ, ਭਾਵੇਂ ਉਹ ਬਚਨ ਕਮਾਇਆ ਜਾਵੇ ਜਾਂ ਨਾ ਕਮਾਇਆ ਜਾਵੇ, ਪਰ ਮਹਾਰਾਜ ਸਿੱਖਿਆ ਦਿੰਦੇ ਆ, ਪਿਆਰਿਆ, ਇਉਂ ਵਾਹਿਗੁਰੂ ਜੀ ਨੂੰ ਭਜ, ਇਉਂ ਉਹਦਾ ਨਾਮ ਜਪ। ਤੇਰੇ ਜੀਵਨ ਦਾ ਆਸਰਾ ਵਾਹਿਗੁਰੂ ਜੀ ਦਾ ਨਾਮ ਇਸ ਤਰੀਕੇ ਨਾਲ ਬਣ ਜਾਵੇ, ਜਿਵੇਂ ਮੱਛਲੀ ਜਿਹੜੀ ਹੈ ਉਹ ਪਾਣੀ ਨੂੰ ਆਪਣਾ ਆਧਾਰ ਬਣਾਈ ਬੈਠੀ ਹੈ। ਪਾਣੀ ਤੋਂ ਬਾਹਰ ਜਾਏਗੀ ਉਹ ਮਰ ਜਾਏਗੀ। ਜੇ ਤੇਰੇ ਅੰਦਰ ਵਾਹਿਗੁਰੂ ਦੀ ਯਾਦ ਨਾ ਹੋਵੇ, ਤੈਨੂੰ ਇਉਂ ਮਹਿਸੂਸ ਹੋਵੇ ਜਿਵੇਂ ਤੇਰੀ ਮੌਤ ਹੋ ਚੱਲੀ ਹੈ। ਆਖਾ ਜੀਵਾਂ ਵਿਸਰੈ ਮਰ ਜਾਉ। ਮਹਾਰਾਜ ਕਿਰਪਾ ਕਰਨ, ਕੱਲ੍ਹ ਇਹ ਬਚਨ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਇਆ। ਆਓ ਅੱਜ ਸ਼ਲੋਕਾਂ ਵਿੱਚ ਜੋ ਮਹਾਰਾਜ ਜ਼ਿਕਰ ਕਰ ਰਹੇ ਹੈ, 57 ਸਤਿਗੁਰੂ ਜੀ ਦੇ ਇਹ ਸ਼ਲੋਕ ਹਨ। ਔਰ ਸਾਡੇ ਕੋਲ ਜਿਹੜੇ ਦਿਨ ਹਨ ਉਹ 5 ਜਾਂ 6 ਦਿਨ ਹੋਰ ਬਾਕੀ ਹਨ। ਇਸ ਕਰਕੇ ਦਾਸ ਯਤਨ ਕਰੇਗਾ ਆਖਰੀ ਅਰਥ ਜ਼ਰੂਰ ਪਤਾ ਲੱਗ ਜਾਣ ਸਤਿਗੁਰੂ ਜੀ ਦੀ ਬਾਣੀ ਦੇ। ਆਓ ਸਾਰੀ ਸੰਗਤ ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਬਿਖਿਆਨ ਸਿਓ ਕਾਹੇ ਰਚਿਓ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਾਡੇ ਤੇ ਕਿਰਪਾ ਕਰਦੇ। ਮਹਾਰਾਜ ਕਹਿੰਦੇ, ਭਾਈ ਤੂੰ ਵਿਕਾਰਾਂ ਵਿੱਚ ਕਿਉਂ ਰਚਿਆ ਹੋਇਆ ਹੈ? ਬਿਖਿਆਨ, ਇਸ ਸ਼ਬਦ ਨੂੰ ਧਿਆਨ ਨਾਲ ਸੁਣਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸ਼ਬਦ ਆਉਂਦਾ ਹੈ ਬਿਖ। ਬਿਖਿਆ ਵੀ ਸ਼ਬਦ ਆਉਂਦਾ ਹੈ, ਬਿਖਿਆ ਵੀ ਸ਼ਬਦ ਆਉਂਦਾ ਹੈ, ਅਤੇ ਬਿਖਿਆਨ ਸ਼ਬਦ ਵੀ ਆਉਂਦਾ ਹੈ। ਜਿਹੜਾ ਬਿਖਿਆਨ ਸ਼ਬਦ ਹੈ, ਇਹਦਾ ਮੁੱਖ ਭਾਵ ਜਿਹੜਾ ਸ਼ੁਰੂ ਹੋਇਆ ਉਹ ਬਿਖ ਤੋਂ ਸ਼ੁਰੂ ਹੋਇਆ। ਬਿਖ ਕਹਿੰਦੇ ਕਿਹਨੂੰ ਨੇ? ਬਿਖ ਸਾਧ ਸੰਗਤ ਜੀ ਜ਼ਹਿਰ ਨੂੰ ਕਹਿੰਦੇ ਆ। ਜਿੰਨੇ ਵਿਕਾਰ ਹਨ, ਬੰਦਾ ਮੰਨੇ ਜਾਂ ਨਾ ਮੰਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਭਾਈ ਇਹ ਸਾਰੇ ਜ਼ਹਿਰ ਹਨ। ਕੋਈ ਵੀ ਵਿਅਕਤੀ ਜਿਹਨੂੰ ਪਤਾ ਹੈ ਇਹ ਜ਼ਹਿਰ ਹੈ, ਫਿਰ ਵੀ ਉਹ ਉਹਨੂੰ ਖਾ ਰਿਹਾ, ਉਹ ਮਹਾਮੂਰਖ ਹੈ।
ਦੋ ਤਰੀਕੇ ਦੇ ਵਿਸ਼ੇ ਚੱਲਦੇ ਨੇ ਸਾਡੇ ਅੰਦਰ, ਇਹਨੂੰ ਸਮਝਣ ਦਾ ਯਤਨ ਕਰਿਓ। ਇੱਕ ਅਸੀਂ ਵਿਸ਼ੇ ਦੇ ਬਾਰੇ ਸੋਚਦੇ ਹਾਂ, ਇੱਕ ਵਿਸ਼ੇ ਨੂੰ ਮਨੁੱਖ ਵਕਾਰ ਨੂੰ ਭੋਗ ਲੈਂਦਾ ਹੈ। ਇੱਥੇ ਦੋਵਾਂ ਦਾ ਜਿਹੜਾ ਹੈ ਨਾ ਸਜ਼ਾ, ਦੋਵੇਂ ਪਾਪ ਦੀ ਨਿਆਈ ਹਨ। ਸੋਚਿਆ ਮਨ ਮੈਲਾ ਹੋਏਗਾ, ਵਕਾਰ ਭੋਗਿਆ ਤਨ ਮੈਲਾ ਹੁੰਦਾ ਹੈ। ਕੋਈ ਵੀ ਭਾਂਡਾ ਹੈ, ਵੇਖੋ ਵਿਸ਼ੇ ਵਕਾਰ ਕਿਹੜਾ ਜ਼ਹਿਰ ਨੇ। ਬਾਹਰ ਦਾ ਕੋਈ ਭਾਂਡਾ ਹੈ, ਕਿਸੇ ਧਾਤੂ ਦਾ ਬਣਿਆ ਹੋਇਆ, ਤੁਸੀਂ ਉਹਦੇ ਵਿੱਚ ਜ਼ਹਿਰ ਪਾਓ, ਭਾਂਡੇ ਨੂੰ ਕੋਈ ਨੁਕਸਾਨ ਨਹੀਂ ਹੋਏਗਾ। ਜਿਹੜਾ ਮਨੁੱਖ ਉਹ ਜ਼ਹਿਰ ਪੀ ਲਵੇਗਾ ਉਹਨੂੰ ਨੁਕਸਾਨ ਹੋਏਗਾ। ਪਰ ਵਿਸ਼ੇ ਵਕਾਰ ਐਸਾ ਜ਼ਹਿਰ ਹਨ, ਮਨ ਰੂਪੀ ਭਾਂਡੇ ਵਿੱਚ ਪੈਂਦਿਆਂ ਇਹ ਭਾਂਡੇ ਦਾ ਵੀ ਨੁਕਸਾਨ ਕਰਦੇ ਹੈ, ਪਿਆਰਿਓ ਆਤਮਿਕ ਜੀਵਨ ਦਾ ਵੀ ਨੁਕਸਾਨ ਕਰਦੇ ਹਨ। ਜੇ ਸਰੀਰ ਨੂੰ ਭਾਂਡਾ ਮੰਨ ਲਈਏ ਤੇ ਸਰੀਰ ਨੂੰ ਵੀ ਸਾਧ ਸੰਗਤ ਜੀ ਇਹ ਨੁਕਸਾਨ ਕਰਦੇ ਹਨ। ਔਰ ਮੈਂ ਵੀ ਬੇਨਤੀ ਕਰਾਂ, ਜਦੋਂ ਵਿਸ਼ੇ ਦੀ ਗੱਲ ਆਉਂਦੀ ਹੈ, ਬਿਖ ਦੀ ਗੱਲ ਆਉਂਦੀ ਹੈ, ਵਕਾਰ ਦੀ ਗੱਲ ਆਉਂਦੀ ਹੈ, ਸਾਡੇ ਮਨ ਵਿੱਚ ਇਕੱਲਾ ਕਾਮ ਦੇ ਬਾਰੇ ਜ਼ਿਕਰ ਆਉਂਦਾ ਹੈ ਜਾਂ ਸੋਚ ਆਉਂਦੀ ਹੈ। ਮਹਾਰਾਜ ਕਾਮ ਬਾਰੇ ਕਹਿ ਰਹੇ ਨਹੀਂ ਪਿਆਰਿਓ, ਇਕੱਲੇ ਕਾਮ ਬਾਰੇ ਨਹੀਂ, ਕ੍ਰੋਧ ਵੀ ਇੱਕ ਵਿਸ਼ਾ ਹੈ। ਕਿਉਂ ਮਹਾਰਾਜ ਜੀ ਦੀ ਬਾਣੀ 'ਚ ਆਉਂਦਾ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਹਜ਼ੂਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਇਹ ਉਹ ਜ਼ਹਿਰ ਹੈ, ਸਰੀਰ ਉੱਤੇ ਵੀ ਅਸਰ ਕਰਦਾ ਹੈ, ਅਧਿਆਤਮਿਕ ਮੌਤੇ ਵੀ ਬੰਦੇ ਨੂੰ ਮਾਰਦਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ, ਜਿਵੇਂ ਅਸੀਂ ਕਿਸੇ ਨੂੰ ਪੁੱਛਦੇ ਹਾਂ ਆਪਣੇ ਪਿਆਰ ਵਾਲੇ ਨੂੰ, ਤੂੰ ਇਹ ਕੰਮ ਕਿਉਂ ਕੀਤਾ, ਹਜ਼ੂਰ ਮਹਾਰਾਜ ਸਾਨੂੰ ਪੁੱਛ ਰਹੇ ਹੈ। ਮਹਾਰਾਜ ਕਹਿੰਦੇ ਭਾਈ ਵਿਖਿਆਨ ਸਿਉ ਕਾਹੇ ਰਚਿਓ, ਬਿਲਕੁਲ ਰਚ ਜਾਣਾ, ਉਹਦਾ ਰੂਪ ਹੋ ਜਾਣਾ। ਔਰ ਸੱਚੀ ਗੱਲ ਹੈ, ਜਦੋਂ ਬੰਦਾ ਕ੍ਰੋਧ ਨੂੰ ਭੋਗਦਾ ਹੈ ਉਦੋਂ ਕ੍ਰੋਧ ਦਾ ਰੂਪ ਹੋਇਆ ਹੁੰਦਾ ਹੈ, ਜਦੋਂ ਕਾਮ ਨੂੰ ਭੋਗਦਾ ਹੈ ਉਦੋਂ ਕਾਮ ਦਾ ਰੂਪ ਹੋਇਆ ਹੁੰਦਾ ਹੈ, ਜਿਸ ਵਕਾਰ ਨੂੰ ਭੋਗਦਾ ਹੈ ਉਹਦਾ ਰੂਪ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਆ ਭਾਈ ਤੂੰ ਵਿਸ਼ੇ ਵਿਕਾਰਾਂ ਨੂੰ ਕਿਉਂ ਭੋਗ ਰਿਹਾ ਹੈ, ਜ਼ਹਿਰਾਂ ਨੂੰ ਕਿਉਂ ਭੋਗ ਰਿਹਾ ਹੈ, ਕਿਉਂ ਛਕ ਰਿਹਾ ਹੈ। ਨਿਮਖ ਨਾ ਹੋਏ ਉਦਾਸ। ਹਜ਼ੂਰ ਮਹਾਰਾਜ ਕਹਿਣ ਲੱਗੇ ਉਹਦੇ ਵਿੱਚੋਂ ਤੂੰ ਨਿਮਖ ਮਾਤਰ ਥੋੜਾ ਸਮਾਂ ਵੀ ਉਦਾਸ ਨਹੀਂ ਹੁੰਦਾ, ਥੋੜਾ ਸਮਾਂ ਵੀ ਨਹੀਂ ਤੂੰ ਚਾਹੁੰਦਾ ਕਿ ਮੈਂ ਇਹ ਵਿਕਾਰ ਛੱਡ ਦਿਆਂ, ਮੈਂ ਇਹ ਵਿਕਾਰ ਨਾ ਕਰਾਂ। ਕਹੋ ਨਾਨਕ ਭਜ ਹਰਿ ਮਨਾ। ਪਰ ਮਹਾਰਾਜ ਕਹਿਣ ਲੱਗੇ ਤੈਨੂੰ ਇਹਦੇ ਨੁਕਸਾਨ ਦਾ ਨਹੀਂ ਪਤਾ। ਵੇਖੋ ਹਰ ਜੀਵ ਦੀ ਵੱਖੋ ਵੱਖਰੀ ਅਵਸਥਾ ਹੈ। ਕਈ ਵਿਕਾਰ ਭੋਗ ਲੈਣ ਬਾਅਦ ਵਿੱਚ ਉਦਾਸ ਹੋ ਜਾਂਦੇ ਹੈ। ਕਿਉਂ ਉਦਾਸ ਹੁੰਦੇ ਵੀ ਇਹ ਗਲਤ ਕੰਮ ਸੀ, ਅਸੀਂ ਕਿਉਂ ਕੀਤਾ। ਪਰ ਕਈ ਮਾਇਆ ਦੇ ਨਸ਼ੇ ਵਿੱਚ ਇੰਨਾ ਜ਼ਿਆਦਾ ਅੰਨੇ ਹੋ ਜਾਂਦੇ ਹੈ ਪਿਆਰੇ, ਉਹਨਾਂ ਦੇ ਮਨ ਵਿੱਚ ਬਿਲਕੁਲ ਜ਼ਿਕਰ ਨਹੀਂ ਆਉਂਦਾ ਕਿ ਅਸੀਂ ਇਹ ਗਲਤ ਕੰਮ ਕਿਉਂ ਕੀਤਾ। ਇਹ ਸ਼ਲੋਕ ਮਹਾਰਾਜ ਨੇ ਉਹਨਾਂ ਵਾਸਤੇ ਉਚਾਰਨ ਕੀਤਾ। ਮਹਾਰਾਜ ਕਹਿੰਦੇ ਬਿਲਕੁਲ ਤੂੰ ਉਦਾਸ ਨਹੀਂ ਹੋਇਆ, ਪਰ ਤੈਨੂੰ ਇਹਦਾ ਨੁਕਸਾਨ ਨਹੀਂ ਪਤਾ। ਪੜ੍ਹਿਓ ਸਾਰੀ ਪੰਕਤੀ। ਕਹੋ ਨਾਨਕ ਕਹੋ ਨਾਨਕ ਭਜ ਹਰਿ ਮਨਾ, ਪਰੈ ਨਾ ਜਮ ਕੀ ਫਾਸ। ਇਹ ਕੰਮ, ਇਹ ਵਿਸ਼ੇ ਵਿਕਾਰ ਤੈਨੂੰ ਜਮਾਂ ਦੀ ਫਾਈ ਦਵਾ ਦੇਣਗੇ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਿਆਰਿਆ, ਜੇ ਤੂੰ ਉਸ ਵਾਹਿਗੁਰੂ ਨੂੰ ਭਜੇਂਗਾ, ਉਹਦਾ ਨਾਮ ਜਪੇਂਗਾ, ਮਹਾਰਾਜ ਕਹਿਣ ਲੱਗੇ ਤੂੰ ਜਮਾਂ ਦੀ ਫਾਈ ਨਹੀਂ ਪਏਂਗਾ। ਹੁਣ ਇਸ ਸ਼ਲੋਕ ਦਾ ਥੋੜ੍ਹਾ ਜਿਹਾ ਤੱਤ ਭਾਵ ਹੋਰ ਸਮਝ ਲਿਓ, ਫਿਰ ਮੈਂ ਅੱਗੇ ਚੱਲਾਂਗਾ। ਦੋ ਕੰਮ ਨੇ, ਜੇ ਤੁਸੀਂ ਧਿਆਨ ਨਾਲ ਸੁਣੋਗੇ ਤੁਹਾਨੂੰ ਪਤਾ ਲੱਗੇਗਾ। ਪਹਿਲੀ ਗੱਲ ਹੈ ਵਿਸ਼ੇ ਵਿਕਾਰ 'ਚ ਫਸਿਆ ਹੋਇਆ। ਦੂਜੀ ਪੰਕਤੀ ਵਿੱਚ ਮਹਾਰਾਜ ਨੇ ਛੁੱਟਣ ਦਾ ਤਰੀਕਾ ਦੱਸਿਆ। ਹੁਣ ਅਸੀਂ ਕਈ ਵਾਰੀ ਆਪਣੇ ਮਨ 'ਚ ਕਹਿੰਦੇ ਜੀ ਮੇਰੇ ਕੋਲੋਂ ਵਿਕਾਰ ਨਹੀਂ ਛੱਡੇ ਜਾਂਦੇ, ਮੇਰੇ ਮਨ 'ਚ ਭੈੜੇ ਖਿਆਲਾਤ ਆਉਂਦੇ ਆ, ਮੈਂ ਇਹ ਖਿਆਲਾਂ ਨੂੰ ਕਿਵੇਂ ਕੱਢਾਂ। ਤੇ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਵੇਖੀਏ, ਸਤਿਗੁਰੂ ਸੌਖਾ ਤਰੀਕਾ ਦੱਸਦੇ ਆ।
ਮਹਾਰਾਜ ਕਹਿੰਦੇ ਤੂੰ ਜਿੰਨਾ ਇਹਨਾਂ ਖਿਆਲਾਂ ਨੂੰ ਕੱਢਣ ਦਾ ਜ਼ੋਰ ਲਾ ਰਿਹਾ ਨਾ, ਇਹ ਖਿਆਲਾਂ ਨੂੰ ਕੱਢਦਿਆਂ, ਵਿਕਾਰਾਂ ਨੂੰ ਕੱਢਦਿਆਂ ਜਿੰਨਾ ਜ਼ੋਰ ਤੂੰ ਇਸ ਪਾਸੇ ਲਾ ਰਿਹਾ, ਓਨਾ ਜ਼ੋਰ ਤੂੰ ਬਾਣੀ ਪੜ੍ਹਨ ਵਾਲੇ ਪਾਸੇ ਲਾ ਲੈ, ਓਨਾ ਜ਼ੋਰ ਤੂੰ ਨਾਮ ਜਪਣ ਵਾਲੇ ਪਾਸੇ ਲਾ ਲੈ। ਜਿਉਂ ਜਿਉਂ ਨਾਮ ਅੰਦਰ ਜਾਂਦਾ ਜਾਏਗਾ, ਤਿਉਂ ਤਿਉਂ ਇਹ ਖਿਆਲ ਜਿਹੜੇ ਉਹ ਬਾਹਰ ਹੁੰਦੇ ਜਾਣਗੇ ਜੀ। ਬੰਦਾ ਨਾਮ ਵੀ ਨਾ ਜਪੇ, ਆਖੇ ਮੈਂ ਮਾੜੇ ਖਿਆਲਾਂ ਨੂੰ ਬਾਹਰ ਕੱਢ ਦਿਆਂ, ਕਦੀ ਨਹੀਂ ਨਿਕਲਣਗੇ। ਥਾਟ ਨੂੰ ਥਾਟ ਮਾਰਦਾ, ਵਿਚਾਰ ਨੂੰ ਵਿਚਾਰ ਮਾਰਦਾ। ਮਾੜਾ ਵਿਚਾਰ ਉਦੋਂ ਮਰੇਗਾ ਜਦੋਂ ਚੰਗਾ ਵਿਚਾਰ ਅੰਦਰ ਜਾਏਗਾ। ਹਜੂਰ ਮਹਾਰਾਜ ਕਹਿੰਦੇ ਪਿਆਰਿਆ, ਤੂੰ ਜਮਾਂ ਦੇ ਰਾਏ ਨਹੀਂ ਜਾਏਗਾ, ਪਰ ਇੱਕ ਕੰਮ ਕਰ, ਉਸ ਵਾਹਿਗੁਰੂ ਦਾ ਭਜਨ ਕਰ। ਔਰ ਇੱਥੇ ਮਹਾਰਾਜ ਨੇ ਉਪਦੇਸ਼ ਦਿੱਤਾ, ਅਸੀਂ ਸੁਣ ਲਿਆ, ਕੇਵਲ ਇੱਥੋਂ ਤੱਕ ਕੰਮ ਨਹੀਂ ਰਿਹਾ। ਮਹਾਰਾਜ ਕਹਿੰਦੇ ਆਪਣੇ ਮਨ ਨਾਲ ਗੱਲ ਕਰਨੀ ਹੈ। ਕਹੋ ਨਾਨਕ ਭਜ ਹਰ ਮਨਾ, ਆਪਣੇ ਮਨ ਨਾਲ ਗੱਲ ਕਰ। ਤਰਨਾ ਪੋ ਓ ਹੀ ਗਇਓ। ਹੁਣ ਕਈਆਂ ਦੀ ਅਵਸਥਾ ਜਿਸ ਤਰੀਕੇ ਦੀ ਹੈ, ਮਹਾਰਾਜ ਹਰ ਅਵਸਥਾ ਨੂੰ ਲੈ ਕੇ ਇੱਥੇ ਉਪਦੇਸ਼ ਬਖਸ਼ਿਸ਼ ਕਰਦੇ ਆ। ਮਹਾਰਾਜ ਕਹਿੰਦੇ ਜਵਾਨੀ ਐਵੇਂ ਹੀ ਚਲੇ ਗਈ। ਬਹੁਤ ਸਾਰਿਆਂ ਦੀ ਜਵਾਨੀ ਜਿਹੜੀ ਹੈ ਉਹ ਵਿਕਾਰਾਂ ਦੇ ਵਿੱਚ ਚਲੇ ਜਾਂਦੀ। ਜਿਹੜਾ ਤਰਣਾ ਪੋ ਸ਼ਬਦ ਹੈ ਨਾ, ਇਹ ਸ਼ਬਦ ਬਣਿਆ ਤਰੁਣ ਤੋਂ। ਤਰੁਣ ਕਹਿੰਦੇ ਜਵਾਨ ਨੂੰ, ਮਹਾਰਾਜ ਕਹਿੰਦੇ ਆ ਤਰਣਾ ਪੋ। ਜਿਹੜੀ ਅਵਸਥਾ ਤਰਨ ਦਾ ਇੱਕ ਰਸਤਾ ਸੀ, ਜਿੰਨਾ ਜਵਾਨੀ 'ਚ ਬੰਦਾ ਨਾਮ ਜਪ ਸਕਦਾ ਹੈ ਨਾ, ਉਹਨਾਂ ਬਜ਼ੁਰਗੀ 'ਚ ਨਹੀਂ ਜਪਿਆ ਜਾ ਸਕਦਾ। ਕਹਿੰਦੇ 3 ਅਵਸਥਾ ਅੱਗੇ ਜਾ ਕੇ ਆਏਗਾ, ਬਾਲ ਜਵਾਨੀ ਅਰ ਬਿਰਧ ਫੁਨ, 3 ਅਵਸਥਾ ਜਾਨ। 3 ਅਵਸਥਾਵਾਂ ਨੇ। ਪਹਿਲੀ ਹੈ ਬਚਪਨ, ਫਿਰ ਜਵਾਨੀ, ਫਿਰ ਬੁਢੇਪਾ। ਹਰ ਬੰਦੇ ਨੂੰ ਜਵਾਨੀ ਦੀ ਅਵਸਥਾ ਚੰਗੀ ਲੱਗਦੀ ਹੈ, ਹਰ ਬੰਦੇ ਨੂੰ। ਪਰ ਜਿੱਥੇ ਬੰਦੇ ਨੂੰ ਜਵਾਨੀ ਦੀ ਅਵਸਥਾ ਚੰਗੀ ਲੱਗਦੀ ਹੈ ਨਾ, ਉੱਥੇ ਰੱਬ ਨੂੰ ਵੀ ਜਵਾਨੀ ਦੀ ਅਵਸਥਾ ਚੰਗੀ ਲੱਗਦੀ ਹੈ। ਕਿਉਂ? ਸਾਧ ਸੰਗਤ ਜੀ, ਜਿੰਨਾ ਨਾਮ, ਜਿੰਨਾ ਚੌਂਕੜਾ, ਜਿੰਨਾ ਭਜਨ ਬੰਦਾ ਜਵਾਨੀ 'ਚ ਕਰ ਸਕਦਾ ਹੈ, ਬਜ਼ੁਰਗੀ 'ਚ ਤਾਨੀ ਸਾਥ ਨਹੀਂ ਦਿੰਦਾ, ਭਜਨ ਬੰਦੇ ਨੇ ਕਿੱਥੋਂ ਕਰ ਲੈਣਾ ਹੈ। ਪਰ ਨਿਰਾਸ਼ਾਵਾਦੀ ਗੱਲ ਵੀ ਨਹੀਂ ਮਹਾਰਾਜ ਨੇ ਕੀਤੀ। ਮਹਾਰਾਜ ਕਹਿੰਦੇ ਜਵਾਨੀ ਦਾ ਸਮਾਂ ਸੀ ਨਾਮ ਜਪਣ ਦਾ। ਔਰ ਮੈਂ ਵੀ ਬੇਨਤੀ ਕਰਾਂ, ਜਿਹੜੇ ਪੁਰਸ਼ ਜਵਾਨੀ 'ਚ ਨਾਮ ਜਪਦੇ ਆ, ਬਾਬਾ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਉਮਰ ਸੁਹਾਵੜੀ। ਜਵਾਨੀ ਦੀ ਉਮਰ ਹੋਵੇ, ਸੋਹਣੀ ਉਮਰ ਹੋਵੇ, ਸੰਗ ਸਵੰਨੜੀ ਦੇ ਨਾਲ ਚੰਗਾ ਸਰੀਰ ਹੋਵੇ, ਵਿਰਲੇ ਕਈ ਪਾਇਨ ਜਿਨ੍ਹਾਂ ਪਿਆਰੇ ਨੇ। ਵਿਰਲੇ ਹੁੰਦੇ ਆ। ਸੋਹਣੀ ਉਮਰ, ਸੋਹਣਾ ਸਰੀਰ ਹੋਵੇ, ਇਹਦੇ ਹੋਣ ਦੇ ਬਾਵਜੂਦ ਵੀ ਉਹ ਵਾਹਿਗੁਰੂ ਨਾਲ ਪਿਆਰ ਕਰਨ। ਸ਼ੇਖ ਸ਼ਾਦੀ ਨੇ ਕਿਹਾ, ਕਹਿੰਦਾ ਗਰ ਜਵਾਨੀ ਤੌਬਾ ਕਰ ਦੰ। ਜਵਾਨੀ ਵਿੱਚ ਵਿਕਾਰਾਂ ਤੋਂ ਤੌਬਾ ਕਰ ਦੇਵੇ। ਕਹਿੰਦੇ ਮੈਂ ਉਹਨੂੰ ਸੀਲ ਮੰਨਦਾ, ਪਵਿੱਤਰ ਮੰਨਦਾ। ਉਹਦੇ ਤੋਂ ਬਾਅਦ ਕਹਿੰਦੇ ਕੱਲਾ ਪਵਿੱਤਰ ਨਹੀਂ, ਮੈਂ ਸਮਝਾਂਗਾ ਉਹ ਰੱਬ ਨੇ ਧਰਤੀ 'ਤੇ ਪੈਗੰਬਰ ਹੀ ਭੇਜਿਆ ਹੋਇਆ ਹੈ, ਜਿਹੜਾ ਜਵਾਨੀ 'ਚ ਰੱਬ ਦੇ ਰਸਤੇ ਤੁਰੇ। ਤੁਸੀਂ ਅੰਦਾਜ਼ਾ ਲਾ ਕੇ ਵੇਖੋ, ਇੱਥੇ ਸੰਗਤ ਵਿੱਚ ਜਵਾਨ ਬੱਚੇ ਥੋੜ੍ਹੇ ਬੈਠੇ ਹੁੰਦੇ ਆ, ਬਜ਼ੁਰਗ ਜ਼ਿਆਦਾ ਬੈਠੇ ਹੁੰਦੇ ਆ। ਕਿੰਨੇ ਕੁ ਜਵਾਨ ਨੇ ਜਿਹੜੇ ਰੱਬ ਵਾਲੇ ਪਾਸੇ ਆਉਂਦੇ ਆ। ਉਹਨਾਂ ਦੀਆਂ ਜਵਾਨੀਆਂ ਜਿਹੜੀਆਂ ਨੇ ਨਾ, ਉਹ ਐਵੇਂ ਹੀ ਚਲੇ ਜਾਂਦੀਆਂ ਨੇ। ਮਹਾਰਾਜ ਕਹਿੰਦੇ ਤਰਣਾ ਪੋ ਇਉਂ ਹੀ ਗਇਓ। ਕਹਿਣ ਲੱਗੇ ਜਿਹੜੀ ਜਵਾਨੀ ਹੈ ਉਹ ਐਵੇਂ ਹੀ ਚਲੇ ਗਈ। ਲਿਓ ਜਰਾ ਤਨ ਜੀਤ। ਹੁਣ ਕੀ ਬਣਿਆ? ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਬਜ਼ੁਰਗੀ ਨੇ ਸਰੀਰ ਜਿਹੜਾ ਉਹ ਜਿੱਤ ਲਿਆ। ਜਿਹੜਾ ਬੰਦਾ, ਜਿਹੜਾ ਮਨੁੱਖ, ਜਿਹੜੀ ਤਾਕਤ ਕੋਈ ਚੀਜ਼ ਜਿੱਤ ਲਵੇ ਪਿਆਰਿਓ, ਫਿਰ ਉਹਦਾ ਰਾਜ ਹੁੰਦਾ ਜਿਹੜੀ ਜਿੱਤ ਲੈਂਦੀ ਹੈ। ਮਹਾਰਾਜ ਕਹਿੰਦੇ ਬੁਢੇਪੇ ਨੇ ਤੇਰਾ ਸਰੀਰ ਜਿੱਤ ਲਿਆ, ਹੁਣ ਬੁਢੇਪੇ ਦਾ ਰਾਜ ਹੋ ਗਿਆ। ਹਾਂਜੀ। ਕਹੋ ਨਾਨਕ ਭਜ ਹਰ ਮਨਾ। ਜੇ ਤੂੰ ਹੁਣ ਵੀ ਨਾ, ਮਹਾਰਾਜ ਕਹਿੰਦੇ, ਨਾਮ ਜਪਿਆ, ਹੇ ਮੇਰੇ ਮਨ, ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਕਹਿ ਰਹੇ, ਮਹਾਰਾਜ ਕਹਿੰਦੇ ਸਮਾਂ ਲੰਘਦਾ ਜਾ ਰਿਹਾ ਹੈ, ਵਾਹਿਗੁਰੂ ਜੀ ਨੂੰ ਭੱਜ ਲੈ, ਉਸ ਦਾ ਨਾਮ ਜਪ ਲੈ। ਔਦ ਜਾਤ ਹੈ ਬੀਤ। ਕਿਉਂ? ਜਿਹੜੀ ਔਦ ਹੈ, ਜਿਹੜੀ ਉਮਰ ਹੈ,
ਉਹ ਬਤੀਤ ਹੁੰਦੀ ਜਾ ਰਹੀ ਹੈ। ਸਾਧ ਸੰਗਤ ਜੀ, ਹਰ ਇੱਕ ਗੱਲ ਤੇ ਤੁਹਾਡਾ ਜ਼ੋਰ ਚੱਲ ਜਾਏਗਾ, ਉਮਰ ਉੱਤੇ ਕੋਈ ਜ਼ੋਰ ਨਹੀਂ ਹੈ, ਸਮੇਂ ਦੇ ਉੱਤੇ ਕੋਈ ਜ਼ੋਰ ਨਹੀਂ ਹੈ। ਮਨੁੱਖ ਆਖੇ ਮੇਰਾ ਸਮੇਂ ਤੇ ਜ਼ੋਰ ਲੱਗ ਜੇ, ਮੈਂ ਸਦਾ ਹੀ ਜਵਾਨ ਰਵਾਂ, ਨਹੀਂ ਸਾਧ ਸੰਗਤ ਜੀ, ਸਮੇਂ ਦੇ ਉੱਤੇ, ਅਵਸਥਾ ਉੱਤੇ, ਬੁਢੇਪੇ ਦੇ ਉੱਤੇ ਕੋਈ ਜ਼ੋਰ ਨਹੀਂ ਹੈ। ਪਰ ਮਹਾਰਾਜ ਨੇ ਨਿਰਾਸ਼ਾਵਾਦ ਦੀ ਗੱਲ ਨਹੀਂ ਕੀਤੀ। ਮਹਾਰਾਜ ਕਹਿਣ ਲੱਗੇ, ਮੰਨ ਲਾ ਤੇਰੀ ਜਵਾਨੀ ਐਵੇਂ ਹੀ ਚਲੇ ਗਈ, ਤੂੰ ਜਵਾਨੀ 'ਚ ਨਾਮ ਨਹੀਂ ਜਪਿਆ, ਹੁਣ ਬਜ਼ੁਰਗੀ ਨੇ ਤੇਰਾ ਸਰੀਰ ਜਿੱਤ ਲਿਆ, ਅਜੇ ਵੀ ਪਿਆਰਿਆ ਸਮਾਂ ਹੈ, ਬਜ਼ੁਰਗੀ ਨੇ ਵੀ ਲੰਘ ਜਾਣਾ ਹੀ, ਸਮਾਂ ਇਹ ਵੀ ਲੰਘ ਜਾਣਾ ਹੀ। ਇਸ ਕਰਕੇ ਤੂੰ ਵਾਹਿਗੁਰੂ ਜੀ ਦਾ ਭਜਨ ਕਰ ਲੈ। ਬਿਰਧ ਭਇਓ ਸੂਝੈ ਨਹੀਂ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਹੁਣ ਬਜ਼ੁਰਗੀ ਦਾ ਜ਼ਿਕਰ ਕਰਦੇ। ਪਹਿਲਾਂ ਸੀ ਜਵਾਨੀ ਦਾ, ਮਹਾਰਾਜ ਕਹਿੰਦੇ ਆ ਬਜ਼ੁਰਗੀ ਦਾ ਜ਼ਿਕਰ ਕਰਦੇ। ਬਿਰਧ ਭਇਓ ਸੂਝੈ ਨਹੀਂ। ਮਹਾਰਾਜ ਕਹਿੰਦੇ ਜਿਹੜੇ ਬਜ਼ੁਰਗ ਹੋ ਜਾਂਦੇ, ਜਦੋਂ ਤੂੰ ਬਜ਼ੁਰਗ ਹੋ ਗਿਆ ਤੈਨੂੰ ਸੁੱਝਣਾ ਕੁਝ ਨਹੀਂ ਹੋ। ਵੈਸੇ ਬਜ਼ੁਰਗੀ ਕਦੋਂ ਆਉਂਦੀ ਹੈ? ਮਹਾਰਾਜ ਜੀ ਦੀ ਬਾਣੀ 'ਚ ਜ਼ਿਕਰ ਆਉਂਦਾ ਹੈ, 60 ਸਾਲ ਤੱਕ ਬੰਦੇ ਨੂੰ ਬਜ਼ੁਰਗੀ ਨਹੀਂ 'ਚ ਆਉਂਦੀ। ਐਵੇਂ 60 ਸਾਲ ਤੋਂ ਪਹਿਲਾਂ ਸਾਡੇ ਬੰਦੇ ਕਹਿਣ ਲੱਗ ਪੈਂਦੇ, ਜਿਹਦੀ ਦਾੜੀ ਥੋੜ੍ਹੀ ਚਿੱਟੀ ਹੋ ਜੇ ਉਹਨੂੰ ਕਹਿੰਦੇ ਤੂੰ ਬੁੱਢਾ ਹੋ ਗਿਆ। ਮਹਾਰਾਜ ਕਹਿੰਦੇ 60 ਕੇ ਬੁਢੇ ਪਾਵ ਹੈ। ਜਦੋਂ 60 ਸਾਲਾਂ ਦਾ ਬੰਦਾ ਹੋ ਜੇ ਨਾ, ਫਿਰ ਬੁਢੇਪਾ ਹੁੰਦਾ। ਤੇ ਵਾਹਿਗੁਰੂ ਬਖਸ਼ ਲਵੇ, ਜਿਹੜਾ ਬੁਢੇਪਾ ਹੈ ਆਪਣੇ ਆਪ ਵਿੱਚ ਬੜਾ ਵੱਡਾ ਰੋਗ ਹੈ ਜੀ, ਬੜਾ ਵੱਡਾ ਰੋਗ ਹੈ। ਗੁਰਬਾਣੀ ਦੇ ਵਿੱਚ ਬੁਢੇਪੇ ਨੂੰ ਰੋਗ ਆਖਿਆ। ਜਬ ਲਗ ਜਰਾ ਰੋਗ ਨਹੀਂ ਆਇਆ। ਬੱਚੇ ਨੂੰ ਕੋਈ ਪਤਾ ਨਹੀਂ ਇਹਦੇ ਬਾਰੇ। ਜਵਾਨ ਕੀ ਹੁੰਦਾ ਬੱਚੇ ਨੂੰ ਨਹੀਂ ਪਤਾ। ਜਵਾਨ ਦੀਆਂ ਤਰੰਗਾਂ ਕੀ ਹੈ, ਜਵਾਨੀ ਵਿੱਚ ਮਨੁੱਖ ਦੇ ਮਨ 'ਚ ਕੀ ਚੱਲਦਾ ਹੈ, ਛੋਟੀ ਉਮਰ ਵਾਲੇ ਬੱਚੇ ਨੂੰ ਕੁਝ ਨਹੀਂ ਪਤਾ। ਇੱਕ ਜਵਾਨ ਨੂੰ ਬਜ਼ੁਰਗੀ ਦੇ ਦੁੱਖ ਦਾ ਅਹਿਸਾਸ ਨਹੀਂ ਤੇ ਹੁੰਦਾ, ਬਜ਼ੁਰਗ ਹੋਇਆ ਕੀ ਦੁੱਖ ਹੁੰਦੇ ਹੈ ਇਹ ਜਵਾਨ ਨੂੰ ਪਤਾ ਨਹੀਂ ਲੱਗਣਾ। ਮਹਾਰਾਜ ਕਹਿਣ ਲੱਗੇ ਜਦੋਂ ਬਿਰਧ ਭਇਓ ਫਿਰ ਕੀ ਬਣੇਗਾ? ਸੂਝੈ ਨਹੀਂ, ਸੁੱਝੇਗਾ ਕੁਝ ਨਹੀਂ, ਸਮਝ ਨਹੀਂ ਆਵੇਗੀ। ਕਾਲ ਪਹੁੰਚਿਓ ਆਨ। ਤੇ ਸਮਾਂ ਕੀ ਹੋਣਾ? ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਜਿਹੜੀ ਮੌਤ ਹੈ ਨਾ, ਇਹਨੇ ਤੇਰੇ ਸਰਾਣੇ ਆ ਕੇ ਖਲੋ ਜਾਣਾ ਹੈ। ਕਾਲ ਮੌਤ ਨੂੰ ਕਿਹਾ। ਬਹੁਤ ਵਾਰ ਕੀ ਹੁੰਦਾ ਵੇਖੋ, ਬਚਪਨ ਤੋਂ ਬਾਅਦ ਤੇ ਜਵਾਨੀ ਹੈ, ਜਵਾਨੀ ਤੋਂ ਬਾਅਦ ਬੁਢੇਪਾ ਹੈ, ਪਰ ਬੁਢੇਪੇ ਤੋਂ ਬਾਅਦ ਬਚਪਨ ਨਹੀਂ ਸ਼ੁਰੂ ਹੋਣਾ, ਬੁਢੇਪੇ ਤੋਂ ਬਾਅਦ ਮੌਤ ਹੀ ਹੈ ਜੀ। ਮਹਾਰਾਜ ਕਹਿੰਦੇ ਫਿਰ ਕਾਲ, ਮੌਤ ਜਿਹੜੀ ਹੈ ਉਹ ਆ ਪਹੁੰਚਦੀ ਹੈ। ਕਹੋ ਨਾਨਕ ਨਰ ਬਾਵਰੇ। ਤੇ ਜਿਹੜਾ ਨਾਮ ਨਹੀਂ ਨਾ ਜਪਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ 400 ਸਾਲਾ ਮਨਾ ਰਹੇ ਆ, ਮਹਾਰਾਜ ਕਹਿੰਦੇ ਬੌਰਾ ਹੈ ਬੌਰਾ, ਸ਼ੁਦਾਈ ਹੈ ਸ਼ੁਦਾਈ, ਕਮਲਾ ਹੈ ਕਮਰਾ। ਕਹੋ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਬਾਬਰੇ ਮਨੁੱਖਾ, ਪਾਗਲ ਮਨੁੱਖਾ, ਕਿਉਂ ਮਾਇਆ ਨੇ ਬਾਬਰਾ ਕੀਤਾ? ਹਾਂਜੀ, ਕਿਉਂ ਨਾ ਭਜੈ ਭਗਵਾਨ। ਬਿਰਧ ਅਵਸਥਾ ਜਦੋਂ ਆਏਗੀ ਜਾਂ ਆ ਗਈ, ਕੁਝ ਨਹੀਂ ਉਹ ਸੁੱਝਣਾ, ਮੌਤ ਨੇ ਸਿਰ ਤੇ ਆ ਕੇ ਖਲੋ ਜਾਣਾ ਹੀ। ਜੇ ਤੂੰ ਉਦੋਂ ਕਹੇ ਨਾ ਮੈਨੂੰ ਨਾਮ ਜਪਣ ਦਾ ਸਮਾਂ ਦੇ ਦਿਓ, ਉਦੋਂ ਨਹੀਂ ਸਮਾਂ ਮਿਲਣਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਕਾਲ ਆ ਗਿਆ ਨਾ ਸਿਰ ਤੇ, ਫਿਰ ਬੰਦਾ ਕਵੇ ਜੀ ਮੈਨੂੰ 1 ਘੰਟਾ ਲਾ ਕੇ ਸੁਖਮਣੀ ਸਾਹਿਬ ਹੀ ਕਰ ਲੈਂਦੇ ਹੋ, ਉਹਨਾਂ ਕਹਿਣਾ ਨਾ ਨਾ ਸਮਾਂ ਹੋ ਗਿਆ, ਚੱਲ ਹੁਣ ਉੱਤੇ ਚੱਲ ਤੂੰ। ਮਹਾਰਾਜ ਕਹਿੰਦੇ ਤੂੰ ਕਿਉਂ ਨਹੀਂ ਸਮਝਦਾ, ਅਜੇ ਤੇਰੇ ਵਿੱਚ ਸਵਾਸ ਹਨ, ਇਸ ਕਰਕੇ ਕਿਉਂ ਨਾ ਭਜੈ ਭਗਵਾਨ। ਭਗਵਾਨ ਪਰਮੇਸ਼ਰ ਨੂੰ ਤੂੰ ਕਿਉਂ ਨਹੀਂ ਭਜਦਾ, ਕਿਉਂ ਨਹੀਂ ਉਹਦਾ ਨਾਮ ਜਪਦਾ? ਧਨ ਦਾਰਾ ਸੰਪਤ ਸਗਲ। ਹਾਂਜੀ, ਜਿਨ ਆਪਣੀ ਕਰ ਮਾਨ। ਹਜ਼ੂਰ ਮਹਾਰਾਜ ਨੇ ਇੱਥੇ 4 ਸ਼ਬਦ ਵਰਤੇ, ਧਨ, ਦਾਰਾ, ਸੰਪਤ, ਸਗਲ। ਸਗਲ ਵਿੱਚ ਸਭ ਕੁਝ ਆ ਜਾਂਦਾ ਜੀ। ਇੱਥੇ ਧਨ ਦਾ ਕੀ ਅਰਥ ਹੈ? ਬਹੁਤ ਸੌਖਾ ਹੈ। ਧਨ ਦਾ ਅਰਥ ਵੈਸੇ ਤੁਹਾਨੂੰ ਪਤਾ ਲੱਗ ਜਾਣਾ, ਗੱਲ ਮਾਇਆ ਦੀ ਹੋ ਰਹੀ।
ਉਂਝ ਧਨ ਦਾ ਅਰਥ ਇਸਤਰੀ ਵੀ ਹੈ ਗੁਰਬਾਣੀ ਵਿੱਚ, ਧਨ ਦਾ ਅਰਥ ਹੈ ਸਰੀਰ ਵੀ ਹੈ, ਤੇ ਧਨ ਦਾ ਅਰਥ ਧਨਤਾ ਜੋਗ ਵੀ ਹੈ, ਸ਼ਾਬਾਸ਼ ਵੀ ਹੈ। ਧਨ 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 ਜਨ ਆਇਆ। ਇੱਥੇ ਮਹਾਰਾਜ ਕਿਸ ਧਨ ਦੀ ਗੱਲ ਕਰਦੇ? ਮਹਾਰਾਜ ਕਹਿੰਦੇ ਮਾਇਆ। ਹੁਣ ਤੁਸੀਂ ਕਹੋਗੇ ਪਹਿਲੇ ਨੰਬਰ ਤੇ ਵੀ ਕਥਾ ਤੇ ਤੂੰ ਵੀ ਕਰ ਰਿਹਾ ਹੈ, ਮਾਇਆ ਦੀ ਤੇ ਤੈਨੂੰ ਵੀ ਲੋੜ ਹੈ। ਪਰ ਸਤਿਗੁਰੂ ਨੇ ਬਹੁਤ ਕਮਾਲ ਕਰਤੀ, ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੀਆਂ 4 ਗੱਲਾਂ ਕਹੀਆਂ ਨਾ, ਮਾਇਆ ਗੁਜਰਾਨ, ਔਰਤ ਈਮਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਜਿਹੜੇ 4 ਸ਼ਬਦ ਮਹਾਰਾਜ ਨੇ ਕਹਿਤੇ ਨਾ, ਕਮਾਲ ਕਰ ਦਿੱਤੀ ਸਤਿਗੁਰੂ ਜੀ ਨੇ। ਇੱਥੇ ਮਹਾਰਾਜ ਕਹਿੰਦੇ ਧਨ, ਜਿੰਨੀ ਤੂੰ ਮਾਇਆ ਜੋੜਦਾ, ਦਾਰਾ ਇਨਸਾਨ ਦਾ, ਇੱਕ ਵਿਆਹੇ ਇਨਸਾਨ ਦਾ ਸਭ ਤੋਂ ਨੇੜਲਾ ਜੇ ਕੋਈ ਸੰਬੰਧ ਹੁੰਦਾ ਹੈ, ਉਹਦੀ ਦਾਰਾ ਹੁੰਦੀ ਹੈ, ਇਸਤਰੀ ਹੁੰਦੀ ਹੈ। ਇਸਤਰੀ ਵਾਸਤੇ ਸਭ ਤੋਂ ਨੇੜਲਾ ਸੰਬੰਧ ਜਿਹੜਾ ਉਹਦਾ ਪੁਰਸ਼ ਹੈ, ਉਹਦਾ ਪਤੀ ਹੈ। ਤੇ ਵੈਸੇ ਜਿੰਨੇ ਸੰਬੰਧ ਨੇ ਨਾ ਸਾਡੇ ਇੱਥੇ, ਦਾਰਾ ਦਾ ਅਰਥ ਇਕੱਲਾ ਇਸਤਰੀ ਨਾ ਲਈਏ, ਜਿੰਨੇ ਸੰਬੰਧ ਨੇ, ਜੇ ਨਾਨਕੇ ਹੈ ਤਾਂ ਵੀ ਇਸਤਰੀ ਕਰਕੇ ਹੀ ਹੈ, ਜੇ ਦਾਦਕੇ ਹੈ ਤਾਂ ਵੀ ਇਸਤਰੀ ਕਰਕੇ, ਜਿੰਨੇ ਸੰਬੰਧ ਨੇ ਉਹ ਦਾਰਾ ਕਰਕੇ ਨੇ ਜੀ, ਇਸਤਰੀ ਕਰਕੇ। ਕੱਲਾ ਇੱਥੇ ਸ਼ਬਦ ਦਾਰਾ ਇਸਤਰੀ ਨਹੀਂ ਲੈਣਾ, ਦਾਰਾ ਇਸਤਰੀ ਤੋਂ ਭਾਵ ਜਿੰਨੇ ਵੀ ਇਸਤਰੀ ਦੇ ਨਾਲ ਸੰਬੰਧ ਜੁੜਦੇ ਹਨ। ਮਹਾਰਾਜ ਕਹਿੰਦੇ ਆ ਧਨ ਦਾਰਾ ਸੰਪਤ ਸੰਪਤੀ, ਮੇਰੇ ਇੰਨੇ ਪਲਾਟ ਹੋ ਗਏ, ਇੰਨਾ ਮੇਰਾ ਜਾਇਦਾਦ ਬਣ ਗਈ, ਸਗਲ ਜੋ ਕੁਝ ਤੂੰ ਸੰਚ ਰਿਹਾ ਹੈ, ਧਨ ਦਾਰਾ ਸੰਪਤ ਸਗਲ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ। ਜਿਨ੍ਹਾਂ ਨੂੰ ਤੂੰ ਆਪਣੀ ਮੰਨਦਾ ਹੈ, ਇਹ ਮੇਰੇ ਨੇ, ਇਹ ਮੇਰੇ ਨੇ, ਇਹ ਵੀ ਇੱਕ ਜੰਜਾਲ ਹੀ ਹੈ ਨਾ। ਹਾਂਜੀ। ਇਨ ਮੈਂ ਕਛ ਸੰਗੀ ਨਹੀਂ। ਹਜ਼ੂਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਿਆਰਿਆ, ਇਹਨਾਂ ਵਿੱਚੋਂ ਇੱਕ ਨੇ ਵੀ ਸੰਗੀ ਨਹੀਂ ਹੋਣਾ। ਕੋਈ ਇੱਕ ਹੀ ਕਹਿ ਦਿਓ ਵੀ ਕਿਸੇ ਇੱਕ ਨੇ ਸੰਗੀ ਹੋ ਜਾਣਾ, ਸਾਧ ਸੰਗਤ ਜੀ ਇੱਕ ਨੇ ਵੀ ਸੰਗੀ ਨਹੀਂ ਹੋਣਾ। ਮੈਂ ਪਿੱਛੇ ਜੇ ਵੀ ਸਾਖੀ ਸੁਣਾਈ ਸੀ, ਸਮਾਂ ਨਹੀਂ ਹੈ, ਫਿਰ ਸਲੋਕਾਂ ਦੇ ਅੱਖਰੀ ਅਰਥ ਵੀ ਨਹੀਂ ਹੋਣੇ ਜੇ ਮੈਂ ਸਾਖੀ ਵਾਲੇ ਪਾਸੇ ਤੁਰ ਪਿਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਸਾਧ ਸੰਗਤ ਦੀ ਪ੍ਰਤੱਖ ਸੱਚਾਈ ਦੱਸੀ। ਦੱਸੋ ਕਿਹਦੀ ਇਸਤਰੀ ਉਹਦੇ ਨਾਲ ਗਈ, ਕਿਸ ਇਸਤਰੀ ਦਾ ਪਤੀ ਉਹਦੇ ਨਾਲ ਗਿਆ? ਨਹੀਂ ਜਾ ਸਕਦੇ। ਮਾਇਆ ਜਿਹੜੀ ਹੈ, ਮਹਾਰਾਜ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਏ, ਇਹ ਵੀ ਨਹੀਂ ਹੋਣੀ। ਸੰਪਤੀ ਜਿਹੜੀ ਇਕੱਠੀ ਕੀਤੀ ਹੈ, ਇਹ ਵੀ ਸਾਥ ਨਹੀਂ ਹੋਣੀ। ਮਹਾਰਾਜ ਕਹਿਣ ਲੱਗੇ ਇਨ ਮੈਂ ਵਾਹਿਗੁਰੂ ਜਿਹਨੇ ਆਪਣੀ ਕਰ ਮਾਨ, ਜਿਨ੍ਹਾਂ ਨੂੰ ਤੂੰ ਆਪਣੀ ਮੰਨ ਕੇ ਬੈਠਾ ਹੈ, ਇਨ ਮੈਂ ਕੱਛ ਸੰਗੀ ਨਹੀਂ, ਇਹਨਾਂ ਵਿੱਚੋਂ ਅਸਲ ਸੰਗੀ ਤੇਰਾ ਕੋਈ ਵੀ ਨਹੀਂ ਹੈ। ਹਾਂਜੀ। ਨਾਨਕ ਸਾਚੀ ਜਾਨ। ਹਜ਼ੂਰ ਮਹਾਰਾਜ ਕਹਿਣ ਲੱਗੇ ਬਹੁਤ ਵਾਰ ਮਰਨ ਤੋਂ ਬਾਅਦ ਬੰਦਾ ਇਸ ਗੱਲ ਨੂੰ ਸਮਝਦਾ ਹੈ, ਸੱਚ ਸਮਝਦਾ ਹੈ। ਮਰਨ ਤੋਂ ਬਾਅਦ ਕਿ ਮੈਂ ਮਰ ਗਿਆ, ਹੁਣ ਪਤਾ ਲੱਗਾ ਨਾ ਇਸਤਰੀ, ਨਾ ਪੁੱਤਰ, ਨਾ ਮਾਇਆ, ਨਾ ਕਲੱਤਰ, ਨਾ ਪਤੀ ਨਾਲ ਗਿਆ। ਮਹਾਰਾਜ ਕਹਿੰਦੇ ਤੈਨੂੰ ਜਿੰਦਿਆਂ ਜੀ ਦੱਸ ਰਿਹਾ, ਇਹਨਾਂ ਨੂੰ ਪੱਕੀ ਕਰਕੇ ਮੰਨ ਲੈ। ਪਤਿਤ ਉਦਾਹਰਨ ਭੈ ਹਰਨ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਕਰਨਾ ਕੀ ਹੈ? ਮਹਾਰਾਜ ਨੇ ਬੜੀ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਇਉਂ ਸਮਝਿਓ ਜਿਵੇਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੋਦ 'ਚ ਬੈਠੇ ਹਾਂ। ਅੱਜ ਮਹਾਰਾਜ ਕਹਿੰਦੇ ਪਤਿਤ ਉਦਾਹਰਨ ਭੈ ਹਰਨ। ਪਤਿਤ ਕਿਹਨੂੰ ਕਹਿੰਦੇ ਆ? ਪਤਿਤ ਕਹਿੰਦੇ ਜਿਹੜਾ ਮਨ ਕਰਕੇ ਵੀ ਮੈਲਾ ਹੋਵੇ, ਜਿਹੜਾ ਤਨ ਕਰਕੇ ਵੀ ਮੈਲਾ ਹੋਵੇ, ਜਿਹਦੇ ਕਰਮ ਵੀ ਨਾ ਚੰਗੇ ਹੋਣ। ਪਿਆਰਿਆ, ਉਹ ਵਾਹਿਗੁਰੂ ਅੱਤ ਦਾ ਕੋਈ ਪਤਿਤ ਹੋਵੇ ਨਾ, ਜੇ ਉਹ ਪਰਮੇਸ਼ਰ ਦਾ ਨਾਮ ਜਪੇ, ਮਹਾਰਾਜ ਕਹਿੰਦੇ ਉਹ ਵਾਹਿਗੁਰੂ ਪਤਿਤ ਦਾ ਵੀ ਉਧਾਰ ਕਰ ਦਿੰਦਾ ਹੈ। ਹੁਣ ਪਤਿਤ ਉਦਾਹਰਣ ਉੱਤੇ ਇੱਕ ਪ੍ਰਮਾਣ ਨਹੀਂ ਹੈ, ਬੜੇ ਪ੍ਰਮਾਣ ਐਸੇ ਨੇ ਪਤਿਤ ਉਦਾਹਰਣ ਉੱਤੇ ਜੀ। ਤੇ ਬਾਣੀ 'ਚ ਲਿਖਿਆ ਮਹਾਰਾਜ ਪਤਿਤ ਉਦਾਹਰਣ ਸਤਿਗੁਰ ਮੇਰਾ ਮੋਹਿ ਤਿਸਕਾ ਪਰਵਾਸਾ, ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ।
ਉਹ ਵਾਹਿਗੁਰੂ ਪਤਿਤਾਂ ਨੂੰ ਉਧਾਰਨ ਵਾਲਾ ਹੈ। ਅੱਤ ਦਾ ਕੋਈ ਪਾਪੀ ਹੋਵੇ, ਉਹ ਵਾਹਿਗੁਰੂ ਉਹਦਾ ਵੀ ਉਧਾਰ ਕਰ ਦਿੰਦਾ ਹੈ। ਭੈ ਹਰਨ, ਜ਼ਿੰਦਗੀ 'ਚ ਬੜੇ ਡਰ ਲੱਗਦੇ ਨੇ ਬੰਦੇ, ਇੱਕ ਡਰ ਨਹੀਂ ਬੜੇ ਡਰ ਨੇ। ਉਹ ਵਾਹਿਗੁਰੂ ਸਾਰੇ ਭੈ ਜਿਹੜੇ ਆ ਉਹ ਨਾਸ ਕਰਨ ਵਾਲਾ ਹੈ। ਹਰ ਅਨਾਥ ਕੇ ਨਾਥ, ਜਿਹਦਾ ਮਾਲਕ ਕੋਈ ਨਹੀਂ ਨਾ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵਾਹਿਗੁਰੂ ਉਹਦਾ ਵੀ ਮਾਲਕ ਹੈ। ਗੱਜ ਕੇ ਆਖੋ ਵਾਹਿਗੁਰੂ। ਕਹੋ ਨਾਨਕ ਤਿਹ ਜਾਨੀਐ। ਹੁਣ ਪਹਿਲੇ ਸ਼ਲੋਕ 'ਚ ਤੁਸੀਂ ਸੁਣਿਆ, ਮਹਾਰਾਜ ਕਹਿੰਦੇ ਨਾ ਧਨ ਜਾਣਾ, ਨਾ ਸੰਪਤੀ ਜਾਣੀ ਹੈ, ਨਾ ਰਿਸ਼ਤੇਦਾਰ ਜਾਣੇ ਹੈ, ਕੁਝ ਵੀ ਨਹੀਂ ਜਾਣਾ। ਫਿਰ ਨਾਲ ਕਿੰਨੇ ਜਾਣਾ, ਉਹ ਇਸ ਸ਼ਲੋਕ 'ਚ ਦੱਸਦੇ ਹਨ। ਸਦਾ ਬਸਤ ਤੁਮ ਸਾਥ। ਮਹਾਰਾਜ ਕਹਿੰਦੇ ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਉਹਨੂੰ ਜਾਣ, ਮਹਾਰਾਜ ਕਹਿਣ ਲੱਗੇ ਉਹ ਸਦਾ ਹੀ ਤੇਰੇ ਨਾਲ ਰਹਿੰਦਾ ਹੈ। ਤੇ ਜਿਹਦੇ ਨਾਲ ਤੂੰ ਰਹਿਣਾ, ਜਿੰਨੇ ਸਦਾ ਤੇਰੇ ਨਾਲ ਰਹਿਣਾ, ਮਹਾਰਾਜ ਕਹਿਣ ਲੱਗੇ ਉਹਨੂੰ ਜਾਣ। ਉਹਨੂੰ ਜਾਣ ਦਾ ਭਾਵ ਇਹ ਹੈ ਉਹਨੂੰ ਭੱਜ। ਤੇ ਆਓ ਜਿੰਨੇ ਸ਼ਲੋਕ ਹੋਏ ਆ, ਬਾਰ ਗੁਰੂ ਤੇਗ ਬਹਾਦਰ ਸਾਹਿਬ ਇੱਕ ਗੱਲ ਕਹਿੰਦੇ, ਪਿਆਰਿਆ ਜਿੰਨਾ ਨਾਮ ਜਪ ਸਕਦਾ ਹੈ ਜਪ ਲੈ। ਜਿੰਨਾ ਚੀਜ਼ਾਂ ਨਾਲ ਤੂੰ ਮੋਹ ਲਾਇਆ ਹੈ, ਇੱਕ ਵੀ ਚੀਜ਼ ਨਹੀਂ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਜਿਹੜੀ ਤੇਰੇ ਨਾਲ ਜਾਵੇਗੀ, ਇੱਕ ਵੀ ਚੀਜ਼ ਨਹੀਂ ਹੈ। ਜੇ ਕੋਈ ਜਾਏਗਾ ਉਹ ਹੈ ਪਤਿਤ ਉਦਾਹਰਣ ਦਾ ਨਾਮ। ਔਰ ਇਸ ਸ਼ਲੋਕ 'ਚ ਪਿਛਲੇ ਜਿੰਨੇ ਸ਼ਲੋਕ ਤੁਸੀਂ ਸੁਣੇ ਨਾ, ਸਾਰਿਆਂ ਦਾ ਨਿਚੋੜ ਕੱਢਤਾ। ਜਿਹਦੀ ਜਵਾਨੀ ਵਿਕਾਰਾਂ 'ਚ ਗਰਕ ਗਈ, ਜਿਹੜਾ ਬੁਢੇਪਾ ਵੀ ਨਹੀਂ ਆਪਣਾ ਚੰਗੀ ਤਰ੍ਹਾਂ ਸਾਂਭ ਸਕਿਆ, ਉਹਨੂੰ ਵੀ ਨਿਰਾਸ਼ ਨਹੀਂ ਕੀਤਾ। ਮਹਾਰਾਜ ਕਹਿੰਦੇ ਜਿੰਨੇ ਸਵਾਸ ਨੇ ਅਜੇ ਵੀ ਸਮਾਂ, ਉਹਦਾ ਨਾਮ ਜਪ ਲੈ, ਉਹ ਅੱਤ ਦੇ ਪਾਪੀ ਨੂੰ ਵੀ ਉਧਾਰ ਦਿੰਦਾ ਹੈ। ਆਓ ਇੱਕ ਵਾਰੀ ਪ੍ਰੇਮ ਨਾਲ ਨਾ ਸਾਰੇ ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਔਰ ਇੱਕ ਗੱਲ ਹੋਰ ਸਮਝਿਓ, ਇਹ ਸ਼ਲੋਕ ਸਤਿਗੁਰੂ ਜੀ ਨੇ ਉਚਾਰੇ ਕਿੱਥੇ? ਬਹੁਤਿਆਂ ਨੂੰ ਇਹ ਕੰਠ ਨੇ ਸ਼ਲੋਕ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਸ਼ਲੋਕ ਉਚਾਰੇ ਕਿੱਥੇ ਹੈ? ਤੇ ਪਿਆਰਿਓ ਤੁਸੀਂ ਕਥਾ ਸੁਣੀ ਹੈ ਲੜੀਵਾਰ, ਸੰਪਰਦਾਈ ਵਿਦਵਾਨ ਗੁਰਮੁਖ ਪਿਆਰੇ ਮੰਨਦੇ ਆ ਇਹ ਜਿਹੜੇ ਸ਼ਲੋਕ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਔਰੰਗਜ਼ੇਬ ਨੇ ਜਦੋਂ ਕੈਦ 'ਚ ਪਾਇਆ ਸੀ ਨਾ, ਮਹਾਰਾਜ ਨੇ ਉਦੋਂ ਉਚਾਰੇ ਨੇ ਜੀ, ਉਸ ਸਮੇਂ ਉਚਾਰੇ। ਹੁਣ ਤੁਸੀਂ ਧਿਆਨ ਨਾਲ ਸ਼ਲੋਕ ਸਾਰੇ ਅਰਥ ਵੀ ਸੁਣਨੇ ਆ, ਹੁਣ ਤੱਕ ਵੀ ਜਿਹੜੇ ਸੁਣੇ ਆ। ਇੱਕ ਗੱਲ ਧਿਆਨ ਦਿਓ, ਔਰੰਗਜ਼ੇਬ ਦੀ ਕੈਦ ਵਿੱਚ ਨੇ ਸੱਚੇ ਪਾਤਸ਼ਾਹ, ਲਾਗੇ ਸਿਪਾਹੀ ਖਲੋਤੇ ਆ, ਪਰ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਜ਼ਿਕਰ ਨਹੀਂ ਕੀਤਾ ਵੀ ਮੈਂ ਕੈਦ ਵਿੱਚ ਹਾਂ। ਕਿਤੇ ਮਹਾਰਾਜ ਨੇ ਸਿਪਾਹੀਆਂ ਦਾ ਜ਼ਿਕਰ ਨਹੀਂ ਕੀਤਾ, ਕਿਤੇ ਨੌਰੰਗੇ ਦਾ ਜ਼ਿਕਰ ਨਹੀਂ ਕੀਤਾ। ਐਸੇ ਸਮੇਂ ਵਿੱਚ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਰਮੇਸ਼ਰ ਦਾ ਹੀ ਜ਼ਿਕਰ ਕਰ ਰਹੇ। ਕਿੰਨਾ ਪਿਆਰ ਹੋਏਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਾਹਿਗੁਰੂ ਜੀ ਦੇ ਨਾਲ। ਮਹਾਰਾਜ ਕਹਿਣ ਲੱਗੇ ਕੱਲਾ ਦੂਜਿਆਂ ਨੂੰ ਨਹੀਂ ਕਹਿ ਰਹੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪ ਵੀ ਸਮਝਦੇ ਹੈ ਉਹ ਪਤਿਤਾਂ ਨੂੰ ਉਧਾਰਨ ਵਾਲਾ, ਸਭਨਾਂ ਦਾ ਜੋ ਮਾਲਕ ਹੈ ਉਹ ਮੇਰੇ ਨਾਲ ਹੈ। ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਉਹ ਸਦਾ ਤੇਰੇ ਨਾਲ ਰਹਿੰਦਾ, ਉਹਨੇ ਅੱਗੇ ਤੇਰੇ ਨਾਲ ਜਾਣਾ। ਮਹਾਰਾਜ ਕਹਿੰਦੇ ਉਹਨੂੰ ਜਪ। ਤਨ ਧਨ ਜਿਹ ਤੋ ਕੋ ਦਿਓ। ਜਿਸ ਵਾਹਿਗੁਰੂ ਨੇ ਤੈਨੂੰ ਤਨ ਦਿੱਤਾ ਹੈ, ਸਭ ਤੋਂ ਵੱਡਾ ਜੇ ਸ਼ੁਕਰਾਨਾ ਕਰਨਾ ਹੋਵੇ ਨਾ ਸੰਗਤ ਜੀ, ਬੰਦਾ ਇੰਨਾ ਹੀ ਸ਼ੁਕਰਾਨਾ ਕਰੀ ਜਾਵੇ, ਉਹ ਵਾਹਿਗੁਰੂ ਨੇ ਸਰੀਰ ਦਿੱਤਾ ਹੈ ਜੀ। ਜੇ ਕਿਤੇ ਮੱਛਰ ਦੀ ਜੂਨੀ 'ਚ ਪੈ ਜਾਂਦਾ, ਕਿਹੋ ਜਿਹਾ ਰਹਿਣਾ ਸੀਗਾ ਹਿਸਾਬ ਕਿਤਾਬ ਜੀ। ਜੂਨਾਂ ਬੜੀਆਂ ਨੇ। ਜਿਹਨੇ ਤੈਨੂੰ ਮਨੁੱਖਾ ਸਰੀਰ ਦਿੱਤਾ,
ਪਹਿਲਾਂ ਤਨ ਦੀ ਗੱਲ ਕੀਤੀ ਹੈ, ਫਿਰ ਮਹਾਰਾਜ ਨੇ ਅੱਗੋਂ ਧਨ ਦੀ ਗੱਲ ਕੀਤੀ ਹੈ, ਮਾਇਆ ਦੀ ਗੱਲ ਕੀਤੀ ਹੈ। ਭਾਈ ਜਿਸ ਵਾਹਿਗੁਰੂ ਨੇ ਤੈਨੂੰ ਤਨ ਦਿੱਤਾ ਹੈ, ਸਰੀਰ ਦਿੱਤਾ ਹੈ, ਜਿਸ ਵਾਹਿਗੁਰੂ ਨੇ ਤੈਨੂੰ ਵਰਤਣ ਵਾਸਤੇ ਧਨ ਦਿੱਤਾ ਹੈ, ਤਾਂ ਸਿਉ ਨੇਹੋ ਨਾ ਕੀਨ। ਮਹਾਰਾਜ ਕਹਿਣ ਲੱਗੇ ਉਹਦੇ ਨਾਲ ਤੂੰ ਪਿਆਰ ਹੀ ਨਹੀਂ ਪਾਇਆ, ਉਹਦੇ ਨਾਲ ਤੂੰ ਪਿਆਰ ਨਹੀਂ ਕੀਤਾ। ਵੇਖੋ ਨਾ, ਕੋਈ ਸਾਨੂੰ ਪੈਨ ਦੇਵੇ, ਅਸੀਂ ਉਹਦਾ ਧੰਨਵਾਦ ਕਰਦੇ ਹਾਂ, ਉਹਦਾ ਸ਼ੁਕਰਾਨਾ ਕਰਦੇ ਹਾਂ। ਕੋਈ ਸਾਡੀ ਮਦਦ ਕਰੇ, ਸਾਡਾ ਪਿਆਰ ਉਹਦੇ ਨਾਲ ਪੈ ਜਾਂਦਾ ਹੈ। ਮਹਾਰਾਜ ਕਹਿੰਦੇ ਤੂੰ ਉਹਦੇ ਨਾਲ ਪਿਆਰ ਨਹੀਂ ਪਾਇਆ। ਕਹੋ ਨਾਨਕ ਨਰ ਬਾਵਰੇ। ਹੇ ਬਾਵਰੇ ਮਨੁੱਖ, ਹੇ ਪਾਗਲ ਮਨੁੱਖ, ਬਾਵਰੇ ਮਨੁੱਖ, ਅਬ ਕਿਉਂ ਡੋਲਤ ਦੀਨ। ਉਦੋਂ ਤੂੰ ਪਿਆਰ ਨਹੀਂ ਪਾਇਆ, ਹੁਣ ਅੰਤਮ ਸਮਾਂ ਆਉਂਦਾ ਡੋਲ ਰਿਹਾ। ਮਹਾਰਾਜ ਕਹਿਣ ਲੱਗੇ ਪਰ ਕੋਈ ਗੱਲ ਨਹੀਂ। ਮਹਾਰਾਜ ਕਹਿਣ ਲੱਗੇ ਅਜੇ ਵੀ ਸਵਾਸ ਹਨ, ਜਿੰਨਾ ਚਿਰ ਸਵਾਸ ਹਨ, ਸਮਾਂ ਹੈ, ਉਹਦਾ ਨਾਮ ਜਪ ਲੈ, ਉਹਨੇ ਤੇਰਾ ਭਲਾ ਹੀ ਕਰਨਾ ਹੈ। ਜਪੋ ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ। ਜਿੰਨਾ ਚਿਰ ਸਵਾਸ ਨੇ ਡੋਲ ਨਾ, ਮਹਾਰਾਜ ਕਹਿੰਦੇ ਉਹਦਾ ਨਾਮ ਜਪ ਲੈ। ਜਦੋਂ ਸਵਾਸ ਪੂਰੇ ਹੋ ਕੇ ਫਿਰ ਨਾਮ ਨਹੀਂ ਉਹ ਜਪਿਆ ਜਾਣਾ। ਔਰ ਸਾਨੂੰ ਪਤਾ ਨਹੀਂ ਜੇ ਪਿਆਰਿਓ ਕਿਹੜੇ ਵੇਲੇ ਜਿਹੜੇ ਸਵਾਸ ਹਨ ਉਹ ਪੂਰੇ ਹੋ ਜਾਣੇ ਹਨ। ਇੱਥੇ ਰੋਜ਼ ਸਵੇਰੇ ਸੰਗਤ 'ਚ ਭੈਣ ਜੀ ਆਉਂਦੇ ਸਨ, ਬਿਲਕੁਲ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਸਰੀਰ ਛੁੱਟ ਗਿਆ ਜੀ। ਘਰ ਵਾਲੇ ਕਹਿਣ ਲੱਗੇ ਸਾਨੂੰ ਯਕੀਨ ਨਹੀਂ ਹੁੰਦਾ ਉਹ ਸਵਾਸ ਛੱਡ ਗਏ ਜੀ। ਤੇ ਤੁਸੀਂ ਅੰਦਾਜ਼ਾ ਲਾਓ ਵੀ ਪਰਿਵਾਰ ਵਾਲਿਆਂ ਨੂੰ ਯਕੀਨ ਨਹੀਂ ਹੋ ਰਿਹਾ, ਤੇ ਜਿਹੜਾ ਸਵਾਸ ਛੱਡ ਕੇ ਚਲੇ ਗਿਆ ਉਹਨੂੰ ਵੀ ਯਕੀਨ ਨਹੀਂ ਹੁੰਦਾ ਹੋਏਗਾ ਵੀ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਮੈਂ ਸੰਸਾਰ ਛੱਡ ਦਿੱਤਾ। ਮਹਾਰਾਜ ਕਹਿ ਰਹੇ ਜਿੰਨਾ ਚਿਰ ਸਵਾਸ ਨੇ ਉਹਨੂੰ ਭੱਜ ਲੈ, ਉਹਨੂੰ ਜਪ ਲੈ। ਤਨ ਧਨ ਸੰਪੈ ਸੁਖ ਦਿਓ। ਮਹਾਰਾਜ ਨੇ ਪਹਿਲਾਂ ਕਿਹਾ ਸੀ ਤਨ ਧਨ ਜਿਹ ਤੋ ਕਉ ਦਿਓ, ਤਾਂ ਸਿਉ ਨੇਹੋ ਨਾ ਕੀਨ। ਹੁਣ ਮਹਾਰਾਜ ਕਹਿੰਦੇ ਆ ਤਨ ਧਨ ਸੰਪੈ ਸੁਖ ਦਿਓ। ਮਹਾਰਾਜ ਕਹਿਣ ਲੱਗੇ ਤੈਨੂੰ ਸਰੀਰ ਦਿੱਤਾ, ਪੈਸੇ ਹੀ ਪੈਸੇ ਦਿੱਤੇ, ਉਹਦੇ ਨਾਲ ਤੈਨੂੰ ਸੁੱਖ ਦਿੱਤੇ ਜੀ। ਬੜੇ ਪਰਮੇਸ਼ਰ ਨੇ ਸੁੱਖ ਦਿੱਤੇ। ਵਾਹਿਗੁਰੂ ਜੇ ਸੁੱਖ ਵੇਖਣੇ ਹੋਣ ਨਾ ਸਾਨੂੰ ਕਿੰਨੇ ਦਿੱਤੇ ਆ। ਕਦੀ ਹੁਣ ਜਾ ਕੇ ਬੰਦਾ ਹਸਪਤਾਲ 'ਚ ਵੇਖ ਲੈ ਜੀ, ਕਿੰਨੇ ਦੁੱਖ ਨੇ ਜੀ ਉੱਥੇ। ਕਿੰਨੇ ਵਾਹਿਗੁਰੂ ਨੇ ਸੁੱਖ ਦਿੱਤੇ। ਜਿਸ ਵਾਹਿਗੁਰੂ ਨੇ ਸਰੀਰ ਦਿੱਤਾ, ਧਨ ਦਿੱਤਾ, ਸੁੱਖ ਦਿੱਤੇ ਹਨ। ਅਰ ਜਿਹ ਨੀਕੇ ਧਾਮ। ਔਰ ਜਿਸ ਨੇ ਵਧੀਆ ਘਰ ਦਿੱਤੇ ਆ। ਇੱਥੇ ਤੁਸੀਂ ਜਿੰਨੇ ਬੈਠੇ ਹੋ ਕੋਈ ਨਹੀਂ ਕਹਿ ਸਕਦਾ ਰੱਬ ਨੇ ਮੈਨੂੰ ਘਰ ਨਹੀਂ ਦਿੱਤਾ ਜੀ। ਰੱਬ ਨੇ ਘਰ ਦਿੱਤੇ ਹੈ। ਔਰ ਵੇਖੋ ਜੇ ਇਸ ਗੱਲ ਨੂੰ ਮਹਿਸੂਸ ਕਰਨਾ ਹੋਵੇ ਉਹਨਾਂ ਬੰਦਿਆਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਕੋਲ ਘਰ ਨਹੀਂ ਹੈਗੇ ਜੀ। ਬਹੁਤ ਐਸੇ ਪੁਰਸ਼ ਨੇ ਦਰਬਾਰ ਸਾਹਿਬ ਰਾਤ ਉੱਥੇ ਬਾਹਰ ਬਰਾਂਡੇ 'ਚ ਸੌਂਦੇ ਆ, ਜਿਹੜੇ ਰਕਸ਼ਿਆਂ 'ਤੇ ਸੌਂਦੇ ਆ, ਜਿਨ੍ਹਾਂ ਕੋਲ ਘਰ ਨਹੀਂ ਹੈਗੇ। ਮਹਾਰਾਜ ਕਹਿੰਦੇ ਜਿਸ ਨੇ ਤੈਨੂੰ ਨੀਕੇ ਧਾਮ, ਨੀਕੇ ਦਾ ਅਰਥ ਹੈ ਵਧੀਆ, ਜਿਹਨੇ ਤੈਨੂੰ ਵਧੀਆ ਘਰ ਦਿੱਤਾ ਹੈ। ਕਹੋ ਨਾਨਕ ਸੁਨ ਰੇ ਮਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰੇ ਮਨਾ ਸੁਣ ਇਸ ਗੱਲ ਨੂੰ। ਸਿਮਰਤ ਕਾਹੇ ਨਾ ਰਾਮ। ਤੂੰ ਕਿਉਂ ਨਹੀਂ, ਮਹਾਰਾਜ ਕਹਿਣ ਲੱਗੇ ਉਹਦਾ ਨਾਮ ਜਪਦਾ, ਕਿਉਂ ਨਹੀਂ ਉਹਦਾ ਸਿਮਰਨ ਕਰਦਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ 'ਚ ਸਭ ਤੋਂ ਵੱਧ ਜੇ ਕਿਸੇ ਗੱਲ ਦਾ ਜ਼ੋਰ ਹੈ ਤੇ ਸਿਮਰਨ ਦਾ ਹੀ ਹੈ, ਭਜਨ ਦਾ ਹੀ ਹੈ। ਮਹਾਰਾਜ ਕਹਿੰਦੇ ਸਿਮਰਤ ਕਾਹੇ ਨਾ ਰਾਮ। ਭਾਈ ਤੂੰ ਕਿਉਂ ਨਹੀਂ ਸਿਮਰਨ ਕਰਦਾ, ਕਿਉਂ ਨਹੀਂ ਉਹਦਾ ਨਾਮ ਜਪਦਾ। ਸਭ ਸੁਖ ਦਾਤਾ ਰਾਮ ਹੈ। ਜਿਹਨੇ ਸੁਖ ਦਿੱਤੇ ਨੇ, ਕਿੰਨੇ ਦਿੱਤੇ ਨੇ? ਰਾਮ ਪਰਮੇਸ਼ਰ ਨੇ। ਜਿੰਨੇ ਸੁਖ ਨੇ ਉਹਨਾਂ ਦਾ ਦਾਤਾ ਰਾਮ ਹੈ।
ਪਰਮੇਸ਼ਰ ਹੈ। ਦੂਸਰ ਨਾਹਿਨ ਕੋਇ। ਮਤ ਆਸ ਰੱਖ ਵੀ ਕਿਸੇ ਬੰਦੇ ਨੇ ਸੁੱਖ ਦਿੱਤੇ ਹੈ, ਕਿਸੇ ਮਨੁੱਖ ਨੇ ਨਹੀਂ ਦਿੱਤੇ। ਕਈ ਵਾਰੀ ਕਹਿੰਦਾ ਮੈਨੂੰ ਇਸ ਬੰਦੇ ਤੋਂ ਸੁੱਖ ਮਿਲਦਾ, ਆਹ ਵਿਅਕਤੀ ਮੇਰੀ ਬੜੀ ਸਹਾਇਤਾ ਕਰਦਾ, ਚੰਗੀ ਗੱਲ ਹੈ, ਚੇਤੇ ਰੱਖਣਾ ਚਾਹੀਦਾ ਹੈ। ਪਰ ਚੇਤਾ ਰੱਖ, ਉਸ ਰਾਮ ਤੋਂ ਬਗੈਰ ਸੁੱਖ ਦੇਣ ਵਾਲਾ ਦੂਜਾ ਨਹੀਂ ਉਹ ਕੋਈ ਹੈਗਾ। ਹਾਂਜੀ, ਕਹੋ ਨਾਨਕ ਸੁਨ ਰੇ ਮਨਾ। ਜਿਸ ਨੇ ਤੈਨੂੰ ਸੁੱਖ ਦਿੱਤੇ ਨੇ, ਮਹਾਰਾਜ ਕਹਿਣ ਲੱਗੇ ਹੁਣ ਹੇ ਮਨਾ ਧਿਆਨ ਨਾਲ ਸੁਣ। ਹਾਂਜੀ, ਤਿਹ ਸਿਮਰਤ ਗਤ ਹੋਏ। ਉਹਨੂੰ ਜਪਿਆਂ ਹੀ ਤੇਰੀ ਗਤ ਹੋਏਗੀ, ਤੇਰਾ ਭਲਾ ਹੋਏਗਾ। ਬਸ ਚੱਕਰ ਪਤਾ ਕੀ ਹੈ, ਤੁਸੀਂ 2-3 ਸ਼ਲੋਕ ਸੁਣੇ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬਾਰ-ਬਾਰ ਇੱਕ ਗੱਲ ਕਹਿੰਦੇ, ਕਹੋ ਨਾਨਕ ਸੁਨ, ਕਹੋ ਨਾਨਕ, ਕਹੋ ਨਾਨਕ। ਸੁਣਦਾ ਹੀ ਨਹੀਂ ਬੰਦਾ ਜੀ। ਮੈਂ ਆਪਣੀ ਗੱਲ ਦੱਸਦਾ, ਸੁਣਦੇ ਹੀ ਨਹੀਂ ਅਸੀਂ। ਕਿਉਂ? ਸਾਨੂੰ ਕੋਈ ਕੰਮ ਕਹਿੰਦਾ ਹੈ, ਅਸੀਂ ਉਹਦਾ ਕੰਮ ਨਹੀਂ ਕੀਤਾ। ਸੁਣਿਆ ਹੈ ਪਰ ਅਸੀਂ ਉਹਦਾ ਕੰਮ ਨਹੀਂ ਕੀਤਾ। ਉਹ ਕਹਿੰਦਾ ਕੀ ਗੱਲ ਸੁਣਿਆ ਨਹੀਂ ਸੀ? ਇਹਦਾ ਮਤਲਬ ਇਹ ਹੈ, ਜੋ ਮੰਨਦੇ ਆ ਉਹ ਹੀ ਸੁਣਿਆ। ਜਿਹੜੀ ਗੱਲ ਮੰਨੀ ਨਹੀਂ ਉਹ ਸੁਣਨ ਵਿੱਚ ਵੀ ਨੀਚੇ ਆਉਂਦੀ। ਸੱਚੀ ਗੱਲ ਇਹ ਹੈ, ਬਾਹਰੋਂ ਕਥਾ ਬਹੁਤ ਸੁਣ ਛੱਡੀ, ਮਨ ਨੇ ਕੋਈ ਕਥਾ ਨਹੀਂ ਜੇ ਸੁਣੀ। ਮਨ ਨੂੰ ਸੁਣਨ ਦਾ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨਾ। ਤੇ ਮੈਨੂੰ ਮਾਫ ਕਰਿਓ, ਮਨ ਜਿਹੜਾ ਉਹ ਰੌਲਾ ਪਾਉਂਦਾ ਹੀ ਰਹਿੰਦਾ ਹੈ ਜੀ। ਮਨ ਤੇ ਇੱਥੇ ਬੈਠਾ ਹੀ ਅਮਰੀਕਾ ਦਾ ਵੀਜ਼ਾ ਲੈ ਰਿਹਾ ਹੈ ਜੀ। ਮਨ ਤੇ ਉੱਧਰ ਲੱਗਾ, ਤਨ ਬੈਠਾ, ਤਨ ਪਾਠ ਵੀ ਕਰਦਾ, ਤਨ ਸੁਣਦਾ, ਮਨ ਨਹੀਂ ਸੁਣਦਾ ਜੀ। ਤੇ ਮਹਾਰਾਜ ਨੇ ਕਿਹਨੂੰ ਸੁਣਨ ਲਈ ਕਿਹਾ? ਕਹੋ ਨਾਨਕ ਸੁਨ ਰੇ ਮਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਮਨ ਨੂੰ ਸੁਣਨ ਲਈ ਕਿਹਾ। ਔਰ ਉਹ ਗੱਲ ਜਿਹੜੀ ਮੰਨ ਲਈ ਉਹ ਸੁਣਨ ਵਿੱਚ ਹੈ, ਜਿਹੜੀ ਮੰਨਣ ਵਿੱਚ ਨਹੀਂ ਆਈ ਉਹ ਸੁਣਨ ਵਿੱਚ ਵੀ ਨਹੀਂ ਆਈ ਜੀ। ਮਹਾਰਾਜ ਕਹਿੰਦੇ ਤੂੰ ਸੁਣ, ਮੇਰੇ ਮਨਾ ਸੁਣ, ਜਿਹਨੇ ਸਾਰੇ ਸੁੱਖ ਦਿੱਤੇ ਨੇ, ਜੇ ਤੂੰ ਉਹਨੂੰ ਜਪੇਂਗਾ, ਉਸ ਸੁੱਖ ਦਾਤੇ ਨੂੰ ਜਪੇਂਗਾ ਜਿਹਨੇ ਸਾਰੇ ਸੁੱਖ ਦਿੱਤੇ ਆ, ਫਿਰ ਤੇਰੀ ਗਤੀ ਹੋਣੀ ਹੋ, ਨਹੀਂ ਤੇ ਨਹੀਂ ਗਤੀ ਹੋਣੀ। ਮਹਾਰਾਜ ਕਹਿੰਦੇ ਨਹੀਂ ਗਤੀ ਹੋਣੀ। ਮੈਂ ਵੇਖਿਆ ਹੈ ਸਾਧ ਸੰਗਤ ਜੀ, ਜਿਹੜੇ ਨਾਮ ਨਹੀਂ ਨਾ ਜਪਦੇ, ਮਰਨ ਤੋਂ ਬਾਅਦ ਕਹਿਣ ਸਾਡੀ ਗਤੀ ਹੋ ਜੇ। ਕਿਵੇਂ ਗਤੀ ਹੋਏਗੀ ਜੀ? ਨਾਮ ਤੋਂ ਬਗੈਰ ਗਤੀ ਨਹੀਂ ਹੋ ਸਕਦੀ। ਮਨ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਜ਼ੋਰ ਦਿੰਦੇ ਆ। ਹੁਣ ਆਪਾਂ ਪ੍ਰੈਕਟੀਕਲ ਵੀ ਕਰਨਾ, ਕਿਉਂਕਿ ਲੋਕਡਾਊਨ ਕਰਕੇ ਸਮਾਂ ਜਿਹੜਾ ਉਹ ਸਾਡੇ ਕੋਲ ਸੰਕੋਚਮ ਹੈ। ਮਨ 'ਤੇ ਜ਼ੋਰ ਦਿਓ। ਹੁਣ 2-4 ਮਿੰਟ ਜਿਹੜੇ ਸਾਡੇ ਕੋਲ ਨੇ ਨਾ, ਐਂ ਮਨ ਨੂੰ ਟਿਕਾਓ। ਨਾਮ ਜਿਹੜਾ ਹੈ ਨਾ, ਮਨ ਨੂੰ ਸੁਣਾਉਣਾ ਹੈ। ਜੇ ਮਨ ਨੂੰ ਨਹੀਂ ਸੁਣਾਇਆ, ਸੰਗਤ ਜੀ ਲਾਭ ਕੀ ਹੈ? ਮਨ ਨੂੰ ਸੁਣਾਉਣਾ ਹੈ। ਐ ਮਨ ਜਪੇ ਨਾਲ, ਜਿਸ ਵਾਹਿਗੁਰੂ ਨੇ ਸਾਰੇ ਸੁੱਖ ਦਿੱਤੇ ਹੈ, ਮਨ ਨੂੰ ਉਹਦੀ ਯਾਦ ਵਿੱਚ ਜੋੜ ਲੈ। ਮਹਾਰਾਜ ਕਹਿਣ ਲੱਗੇ ਜਿਹਨੇ ਇੱਥੇ ਸੁੱਖ ਦਿੱਤੇ ਹੈ ਨਾ, ਜੇ ਤੂੰ ਉਹਦੀ ਯਾਦ ਵਿੱਚ ਜੁੜ ਗਿਆ, ਉਹ ਤੈਨੂੰ ਅੱਗੇ ਵੀ ਸੁੱਖ ਦੇਵੇਗਾ। ਆਓ ਪਿਆਰ ਨਾਲ ਸਾਰੇ ਐ ਮਨ ਇਕਾਗਰ ਕਰੇਗਾ। ਕਿਉਂ? ਗੁਰੂ ਤੇਗ ਬਹਾਦਰ ਸਾਹਿਬ ਮਨ ਤੇ ਬਹੁਤ ਜ਼ੋਰ ਦਿੰਦੇ। ਪ੍ਰੇਮ ਨਾਲ ਗੱਜ ਕੇ ਵਾਹਿਗੁਰੂ ਵਾਹਿਗੁਰੂ। ਜਿੰਨੇ ਬਚਨ ਗੁਰੂ ਸਾਹਿਬ ਨੇ ਕਹੇ, ਤੈਨੂੰ ਤਨ ਸਰੀਰ ਦਿੱਤਾ, ਤੈਨੂੰ ਧਨ ਦਿੱਤਾ, ਤੈਨੂੰ ਵਧੀਆ ਘਰ ਦਿੱਤਾ, ਤੈਨੂੰ ਸਭ ਕੁਝ ਦਿੱਤਾ, ਉਹਦੇ ਸ਼ੁਕਰਾਨੇ ਵਾਸਤੇ ਉਹਦਾ ਨਾਮ ਜਪ। ਮਹਾਰਾਜ ਕਹਿੰਦੇ ਭਾਈ ਵੀਰ ਸਿੰਘ ਨਾ ਇਸੇ ਬਚਨ ਨੂੰ ਸੌਖਾ ਕਰਕੇ ਕਹਿੰਦੇ, ਉਹ ਕਹਿੰਦੇ ਜਦੋਂ ਵਾਹਿਗੁਰੂ ਕਹਿਣਾ, ਉਹਦੀਆਂ ਦਿੱਤੀਆਂ ਦਾਤਾਂ ਨੂੰ ਅੱਗੇ ਲੈ ਆਓ। ਵੇਖਿਓ ਅੰਦਰੋਂ ਸ਼ੁਕਰਾਨਾ ਕਿਵੇਂ ਨਿਕਲਦਾ। ਸਵਾਓ ਮਨ ਨੂੰ ਜ਼ਰੂਰ ਵਿੱਚ ਸ਼ਾਮਿਲ ਕਰੋ ਪ੍ਰੇਮ ਨਾਲ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਾਰਨ ਜਿੰਨੀ ਮਰਜ਼ੀ ਕਥਾ ਸੁਣੋ ਭਲਾ ਹੋਏਗਾ। ਕੰਨ ਵਾਹਿਗੁਰੂ ਜੀ ਦਾ ਜਸ ਸੁਣਦੇ ਆ ਬੜਾ ਭਲਾ ਹੋਏਗਾ। ਪਰ ਚੇਤਾ ਰੱਖਿਓ, ਜੇ ਪ੍ਰੈਕਟੀਕਲ ਨਹੀਂ ਨਾ ਹੋਇਆ, ਸੁਣਨ ਵਿੱਚ ਨਹੀਂ ਤੇ ਆਈ। ਪ੍ਰੈਕਟੀਕਲ ਨਹੀਂ ਕੀਤਾ, ਸੁਣਨ ਵਿੱਚ ਨਹੀਂ ਆਈ। ਸੁਣਨ ਵਿੱਚ ਉਹ ਹੀ ਹੈ ਜੋ ਮੰਨਣ ਵਿੱਚ ਆ ਜਾਏ, ਤੇ ਜੋ ਮੰਨਿਆ ਨਹੀਂ ਗਿਆ ਉਹ ਸੁਣਿਆ ਵੀ ਨਹੀਂ ਗਿਆ। ਇਹਦਾ ਪ੍ਰੈਕਟੀਕਲ ਕਰ। ਕਹੋ ਨਾਨਕ ਭਜ ਹਰਿ ਮਨ, ਉਹਦਾ ਭਜਨ ਕਰਨ। ਵਾਹਿਗੁਰੂ 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 ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਤੇ ਕਿਰਪਾ ਕਰਨ। ਜਿੰਨੇ ਸੁੱਖ ਦਿੱਤੇ ਨੇ, ਉਹਨਾਂ ਸਾਰੇ ਸੁੱਖਾਂ ਦਾ ਦਾਤਾ ਇਹ ਵਾਹਿਗੁਰੂ ਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਕਹਿ ਰਹੇ, ਮੇਰੇ ਬੱਚਿਆ, ਤੈਨੂੰ ਵਾਹਿਗੁਰੂ ਨੇ ਬੜੇ ਸੁੱਖ ਦਿੱਤੇ। ਇਹਨਾਂ ਸਾਰੇ ਸੁੱਖਾਂ ਦਾ ਦਾਤਾ ਵਾਹਿਗੁਰੂ ਹੈ, ਕੋਈ ਮਨੁੱਖ ਨਹੀਂ ਹੈ। ਕੋਈ ਮਨੁੱਖ ਨਹੀਂ ਹੈ। ਵਾਹਿਗੁਰੂ ਨੇ ਸੁੱਖ ਦਿੱਤੇ ਹਨ। ਜਿਹਨੇ ਸੁੱਖ ਦਿੱਤੇ ਉਹਦਾ ਭਜਨ ਵੀ ਕਰਨਾ। ਜਿਹਦਾ ਖਾਈਏ ਉਹਦਾ ਗਾਈਏ। ਜਿਸ ਵਾਹਿਗੁਰੂ ਨੇ ਸੁੱਖ ਦਿੱਤੇ ਆ, ਉਸ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰ। ਐਸਾ ਨਾ ਹੋਵੇ ਸਮਾਂ ਲੰਘ ਜਾਵੇ, ਤੇਰੇ ਕੋਲੋਂ ਸ਼ੁਕਰਾਨਾ ਹੋ ਨਾ ਸਕੇ। ਐਸਾ ਨਾ ਹੋਵੇ। ਮਹਾਰਾਜ ਸਾਡੇ ਤੇ ਕਿਰਪਾ ਕਰਨ। ਸ਼ਾਇਦ 9 ਸ਼ਲੋਕ ਹੋਏ ਆ ਅੱਜ, ਬਾਕੀ ਆਪਾਂ ਕੱਲ ਨੂੰ ਸਰਵਣ ਕਰਾਂਗੇ। ਯਤਨ ਕਰਿਓ। ਮਹਾਰਾਜ ਜੀ ਦਾ ਗੁਰਪੁਰਬ ਹੈ, ਉਹਨੇ ਦਿਨ ਹਰ ਰੋਜ਼ ਆਉਣ ਦਾ, ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਉਹ ਸਰਵਣ ਕਰਨ ਦਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ